सत श्री अकाल जी, मैं हाँ गगनदीप सिंह आनंदपुरी। तुसी देख रहे हो रोजाना का शो गुड मॉर्निंग संगत लाइव प्रोग्राम। ये तुहाडा अपना प्रोग्राम है। इस प्रोग्राम दे विच जिहड़े दर्शक ने स्रोते ने इस प्रोग्राम नूं लगातार जिहड़ा आ मिस करते रहंदे ने ते बेसबरी दे नाल जिहड़ा आ इस प्रोग्राम दी जिहड़ी आ उਡੀਕ करते रहंदे ने ते हुण बेसबरी दीयां घड़ियां खत्म हो गईयां ने। असीं तुहाडे लिए लैके हाजिर हैं रोजाना का शो गुड मॉर्निंग संगत लाइव प्रोग्राम ते तमाम दर्शकां नूं स्रोतिਆਂ नूं एक बार फिर प्यार सहित निमरता सहित अर्ज करदा फतेह प्रवान करियो। वाहिगुरू जी का खालसा, वाहिगुरू जी की फतेह। तो आओ असी प्रोग्राम नूं वधाईए। अज दे प्रोग्राम नूं वधाउण तो पहलां जिहड़ियां कुछ जरूरी बेनतियां मैं करदा हुन्ना, जिवें कि प्रोग्राम दे बारे। ये प्रोग्राम साडा जिहड़ा आ चंडीगढ़ दे जिहड़ा आ तो प्रसारित किया जाता है तो यही इक्को एक जिहड़ा आ यह प्रोग्राम है जिहड़ा हक सच निडर निरपक्ष जिहड़ी आ गल करदा आ पंजाब दी मिट्टी दी, पंजाब दी बोली दी, पंजाब दी खुशबू, पंजाब दी खेती किसानी दी हर पक्ष तो जिहड़ी आ खबर तुहाडे वास्ते जिहड़ा आ ये लैके आउंदा है। तो दूसरी जिहड़ी बेनती असीं करदे हुन्ने कि असीं तुहाडे नाल हुण 45 मिनट तक जिहड़े आ जुड़े रहांगे। तुसीं इतिहास तो बाद जिहड़ा आ सानू कॉल करके जिहड़ा आ साडे नाल अपने दिल दे बलबले, अपनियां दिल दीयां रीझां, अपने दिल दीयां गल्लां जां अपने कोई विचारक साझ जिहड़ी तुसीं साडे नाल पाउणा चाहुंदे हो जां अपने जिहड़े आ विचार साडे नाल साझे करना चाहुंदे हो तां तुसीं इस प्रोग्राम दे विच जिहड़ा आ सानू इतिहास तो बाद यानी ब्रेक तो बाद जिहड़ा आ तुसीं कॉल करके साडे नाल जिहड़े आ इत्थे प्रोग्राम 'च सांझ पा सकदे हो। ते आओ असीं प्रोग्राम नूं अगे वधाईए। तो साडा जिहड़ा सब तो पहला जिहड़ा प्रोग्राम हुंदा आ उस इस संबंधी जरूरी गल्लां, जरूरी जानकारियां ते देसी नुस्खिਆਂ दे नाल भरपूर हुंदा है। तो आओ देखते हैं एक छोटा जिहा वीडियो। तो अज दी वीडियो दे विच सानू की देसी नुस्खा जां सरीरक संबंधी गल्लां सिੱਖਣ ਨੂੰ मिलणीਆਂ ने। ਤੇ ਦਰਸ਼ਕੋ ਲਓ ਹੁਣ ਸੁਣੋ ਸਿਹਤ ਸੰਬੰਧੀ ਜਾਣਕਾਰੀ। ਅੱਜ ਅਸੀਂ ਤੁਹਾਨੂੰ ਦੱਸਾਂਗੇ ਔਰਤਾਂ ਦੀ ਸੁੰਦਰਤਾ ਲਈ ਇਮਲੀ ਦੇ ਅਨੋਖੇ ਫਾਇਦੇ। ਇਮਲੀ ਦੀ ਵਰਤੋਂ ਚੰਗੀ ਚਮੜੀ ਲੈਣ ਲਈ ਤੇ ਸੁੰਦਰਤਾ ਨੂੰ ਪਾਉਣ ਲਈ ਇਸ ਤਰ੍ਹਾਂ ਕਰੋ। ਔਰਤਾਂ ਇਮਲੀ ਦੇ ਫਾਇਦੇ ਦੀ ਵਰਤੋਂ ਆਪਣੇ ਚਿਹਰੇ ਨੂੰ ਗੋਰਾ ਕਰਨ ਲਈ ਫੇਸ ਪੈਕ ਦੇ ਤੌਰ ਤੇ ਇਸ ਤਰ੍ਹਾਂ ਕਰ ਸਕਦੀਆਂ ਹਨ। ਚਿਹਰੇ ਨੂੰ ਧੋਣ ਲਈ ਇਮਲੀ ਦਾ ਇਸਤੇਮਾਲ। ਤੁਸੀਂ ਇਮਲੀ ਨੂੰ ਫੇਸ ਵਾਸ਼ ਦੇ ਤੌਰ ਤੇ ਇਸਤੇਮਾਲ ਕਰ ਸਕਦੇ ਹੋ। ਇਮਲੀ ਨੂੰ ਪਾਣੀ ਵਿੱਚ ਭਿਓ ਕੇ ਤੇ ਬਾਅਦ ਵਿੱਚ ਇਮਲੀ ਨੂੰ ਹਟਾਓ ਤੇ ਬਾਕੀ ਪਾਣੀ ਨਾਲ ਆਪਣਾ ਚਿਹਰਾ ਧੋ ਲਓ। ਚਿਹਰੇ ਦੇ ਮਾਸਕ ਦੇ ਤੌਰ ਤੇ ਚਮੜੀ ਦੇ ਟੋਨ ਲਈ ਇਮਲੀ ਦੀ ਵਰਤੋਂ ਹਫ਼ਤੇ ਵਿੱਚ 2 ਵਾਰ ਕਰੋ। ਇਮਲੀ ਨੂੰ ਪੀਸ ਕੇ ਇਸ ਵਿੱਚ ਦੁੱਧ ਮਿਲਾਓ। ਇਸ ਪੇਸਟ ਨੂੰ ਚਿਹਰੇ ਤੇ ਰਗੜੋ ਤੇ ਸੁੱਕ ਜਾਣ ਤੇ ਇਸ ਨੂੰ ਧੋ ਲਓ। ਚਿਹਰੇ ਦੇ ਰਗੜਨ ਵਾਂਗ ਮਰੇ ਹੋਏ ਸੈੱਲਾਂ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਇਮਲੀ ਦਾ ਕੁਦਰਤੀ ਫੇਸ ਪੇਸਟ ਬਣਾ ਸਕਦੇ ਹੋ। ਇਸ ਤਰ੍ਹਾਂ ਕਰਨ ਨਾਲ ਤੁਹਾਡਾ ਚਿਹਰਾ ਸੁੰਦਰ ਹੋਵੇਗਾ ਤੇ ਚਿਹਰੇ ਦੀ ਰੰਗਤ ਵਾਪਸ ਆ ਜਾਵੇਗੀ। ਚਿਹਰਾ ਟੋਨਰ ਹੋਣ ਦੇ ਨਾਤੇ ਚਮੜੀ ਨੂੰ ਖੂਬਸੂਰਤ ਬਣਾਉਣ ਤੋਂ ਇਲਾਵਾ ਤੁਸੀਂ ਇਮਲੀ ਨੂੰ ਸਕਿਨ ਟੋਨਰ ਦੇ ਤੌਰ ਤੇ ਵੀ ਇਸਤੇਮਾਲ ਕਰ ਸਕਦੇ ਹੋ। ਗਰਮੀਆਂ ਵਿੱਚ ਇਮਲੀ ਨੂੰ ਗੁਲਾਬ ਵਿੱਚ ਮਿਲਾ ਕੇ ਚੰਗੀ ਸਕਿਨ ਟੋਨਰ ਵਜੋਂ ਵਰਤਿਆ ਜਾ ਸਕਦਾ ਹੈ। ਇੱਕ ਐਕਸਫੋਲੀਏਟਰ ਦੇ ਤੌਰ ਤੇ ਇਮਲੀ ਦਾ ਪਾਊਡਰ ਤੇ ਇਮਲੀ ਦਾ ਰਸ ਵੀ ਇੱਕ ਐਕਸਫੋਲੀਏਟਰ ਵਜੋਂ ਵਰਤਿਆ ਜਾ ਸਕਦਾ ਹੈ। ਇਹ ਤੁਹਾਡੀ ਚਮੜੀ ਨੂੰ ਸੁੰਦਰ, ਸਾਫ਼ ਤੇ ਨਿਖਰੀ ਬਣਾ ਦੇਵੇਗਾ। ਅੱਖਾਂ ਦੇ ਕਾਲੇ ਘੇਰੇ ਦੂਰ ਕਰਨ ਲਈ ਕਈ ਵਾਰ ਕਾਲੇ ਘੇਰੇ ਤੁਹਾਡੀ ਚਮੜੀ ਨੂੰ ਕਾਲਾ ਤੇ ਬੇਜਾਨ ਬਣਾ ਦਿੰਦੇ ਹਨ। ਇਸ ਲਈ ਕਾਲੇ ਘੇਰਿਆਂ ਨੂੰ ਦੂਰ ਕਰਨ ਲਈ ਇਮਲੀ ਦਾ ਪੇਸਟ ਵੀ ਵਰਤ ਸਕਦੇ ਹੋ। ਇਸ ਪੇਸਟ ਨੂੰ ਅੱਖਾਂ ਦੇ ਹੇਠਾਂ ਲਗਾਓ ਤੇ ਇਸ ਨੂੰ 10 ਮਿੰਟ ਲਈ ਛੱਡ ਦਿਓ। ਫਿਰ ਇਸ ਨੂੰ ਠੰਡੇ ਦੁੱਧ ਨਾਲ ਹਟਾਓ। ਇਮਲੀ ਦਾ ਪੇਸਟ ਕਿਵੇਂ ਬਣਾਇਆ ਜਾਵੇ? ਇਮਲੀ ਦਾ ਪੇਸਟ ਬਣਾਉਣ ਲਈ ਇਮਲੀ ਨੂੰ ਧੋ ਕੇ ਸਾਫ਼ ਕਰੋ। ਇਮਲੀ ਵਿੱਚ ਦੁੱਧ ਤੇ ਹਲਦੀ ਦਾ ਪਾਊਡਰ ਪਾ ਕੇ ਪੀਸ ਲਓ। ਫਿਰ ਇਸ ਨੂੰ 10 ਮਿੰਟ ਲਈ ਛੱਡ ਦਿਓ ਤੇ ਇਮਲੀ ਨੂੰ ਚਮੜੀ ਨੂੰ ਚਿੱਟਾ ਕਰਨ ਦੇ ਤੌਰ ਤੇ ਲਗਾਓ। ਇਮਲੀ ਦਾ ਰਸ ਦੀ ਵਰਤੋਂ ਚਿਹਰੇ ਨੂੰ ਸੁੰਦਰ ਕਰਨ ਲਈ ਕਰੋ। ਇਮਲੀ ਨੂੰ ਧੋ ਕੇ ਸਾਫ਼ ਕਰੋ, ਸਾਰੇ ਬੀਜ ਹਟਾਓ। ਹੁਣ ਇਮਲੀ ਦੇ 3 ਟੁਕੜੇ ਗਰਮ ਪਾਣੀ ਵਿੱਚ ਭਿਓ ਦਿਓ। ਜੇ ਇਹ ਸੰਘਣਾ ਹੈ ਤਾਂ ਥੋੜਾ ਹੋਰ ਪਾਣੀ ਪਾਓ ਤੇ ਇਸ ਨੂੰ ਸਾਈਡ ਤੇ ਰੱਖੋ। ਹੁਣ ਤੁਸੀਂ ਇਮਲੀ ਦਾ ਰਸ ਨੂੰ ਚਮੜੀ ਨੂੰ ਹਲਕਾ ਤੇ ਸੁੰਦਰ ਕਰਨ ਲਈ ਇਸਤੇਮਾਲ ਕਰ ਸਕਦੇ ਹੋ। ਇਮਲੀ ਨੂੰ ਚਮੜੀ ਤੇ ਲਗਾਉਣ ਤੋਂ ਬਾਅਦ ਜ਼ਰੂਰੀ ਕੁਦਰਤੀ ਤੇਲਾਂ ਜਿਵੇਂ ਜੈਤੂਨ ਦਾ ਤੇਲ ਜਾਂ ਨਾਰੀਅਲ ਦਾ ਤੇਲ ਆਦਿ ਨਾਲ ਮਾਲਿਸ਼ ਕਰੋ। ਦੁੱਧ ਦੀ ਵਰਤੋਂ ਕਰੋ। ਜੇ ਤੁਸੀਂ ਤੇਲ ਨਹੀਂ ਲਗਾਉਂਦੇ ਤਾਂ ਤੁਸੀਂ ਆਪਣੇ ਚਿਹਰੇ ਨੂੰ ਠੰਡੇ ਦੁੱਧ ਨਾਲ ਵੀ ਧੋ ਸਕਦੇ ਹੋ। ਇਮਲੀ ਲਗਾਉਣ ਤੋਂ ਬਾਅਦ ਇਹ ਤੁਹਾਡੀ ਚਮੜੀ ਨੂੰ ਤਾਜ਼ਾ ਮਹਿਸੂਸ ਕਰੇਗਾ। ਤੇ ਇਹ ਸੀ ਚਿਹਰੇ ਨੂੰ ਗੋਰਾ ਤੇ ਚਿਹਰੇ ਤੇ ਨਿਖਾਰ ਲਿਆਉਣ ਦੇ ਲਈ ਇਮਲੀ ਦੇ ਫਾਇਦੇ। तो इस वीडियो दे विच असीं देखिया कि जिहड़ा आ इमली दा प्रयोग करके असीं जिहड़ा आ असीं अपनी सेहत नूं जिहड़ा आ किवें तंदुरुस्त रख सकते हैं। जिवें कि खारश हो गई, खुजली, तफड़ या किसी भी तरह की जिहड़ी आ बीमारी आ। एक सधारण जी दिखण वाली जिहड़ी आ इमली साडे चाट दे विच वरतों भी असीं कर सकते हैं। जे गोल गप्पिਆਂ ਦਾ पानी पीना होवे ਉਹਦੇ ਵਿੱਚ भी जिहड़ा आ इमली दी वरतों कीती जांदी आ।
ਜੇ ਕੁਦਰਤ ਨੇ ਕਿਸੇ ਵੀ ਫਲ ਫਰੂਟ, ਕਿਸੇ ਵੀ ਔਸ਼ਧੀ ਲਾ ਲਓ ਜਾਂ ਕਿਸੇ ਵੀ ਜੜੀ ਬੂਟੀ ਦੀ ਇਸ ਧਰਤੀ 'ਤੇ ਉਸ ਦੀ ਪੈਦਾ ਕੀਤੀ ਗਈ ਆ ਤਾਂ ਇਨਸਾਨ ਨੂੰ ਉਸ ਦਾ ਪੂਰਾ ਜਿਹੜਾ ਆ ਲਾਭ ਹੁੰਦਾ ਆ। ਅਤੇ ਮੇਰੇ ਮਨ ਦੇ ਵਿੱਚ ਇੱਕ ਗੱਲ ਸੀਗੀ ਅਤੇ ਮੈਂ ਦਰਸ਼ਕਾਂ ਨਾਲ ਉਹ ਵੀ ਸਾਂਝੀ ਕਰਨੀ ਚਾਹਾਂਗਾ। ਇਹੀ ਕਰਨਾ ਚਾਹਾਂਗਾ ਕਿ ਬੰਦਾ ਬੰਦੇ ਦਾ ਦਾਰੂ, ਅਸੀਂ ਕਹਿੰਦੇ ਹਾਂ ਕਿ ਬੰਦਾ ਬੰਦੇ ਦਾ ਦਾਰੂ ਹੁੰਦਾ, ਪਰ ਮੈਨੂੰ ਨਹੀਂ ਲੱਗਦਾ ਅੱਜ ਦੀ ਡੇਟ ਦੇ ਵਿੱਚ ਜਿਹੜਾ ਆ ਬੰਦਾ ਬੰਦੇ ਦਾ ਦਾਰੂ ਹੁੰਦਾ ਹੋਏਗਾ। ਜਿੱਥੇ ਪਸ਼ੂ ਵੀ ਜਿਹੜੇ ਇਨਸਾਨਾਂ ਵਾਸਤੇ ਲਾਭਦਾਇਕ ਨੇ, ਚਾਹੇ ਉਹ ਚਮੜੇ ਦੀ ਗੱਲ ਕਰ ਲਈਏ, ਚਾਹੇ ਹੱਡੀਆਂ ਦੀ ਗੱਲ ਕਰ ਲਈਏ, ਜੇ ਅਸੀਂ ਘਰ ਦੀ ਸਜਾਵਟ ਵਾਸਤੇ ਵੀ ਜਿਹੜਾ ਆ ਅਸੀਂ ਜਾਨਵਰਾਂ ਨੂੰ, ਪਸ਼ੂਆਂ ਨੂੰ ਜਿਹੜਾ ਆ ਅਸੀਂ ਆਪਣੇ ਉਹਦੇ ਵਿੱਚ ਰੱਖਦੇ ਹਾਂ। ਜੇ ਅਸੀਂ ਮੱਝਾਂ ਗਾਵਾਂ ਦੀ ਗੱਲ ਕਰੀਏ, ਉਹਨਾਂ ਦਾ ਦੁੱਧ ਜਿਹੜਾ ਆ ਅਸੀਂ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਜਿਹੜਾ ਆ ਉਹਦਾ ਲਾਭ ਲੈਂਦੇ ਹਾਂ। ਬੱਕਰੀ ਦੇ ਦੁੱਧ ਦੀ ਗੱਲ ਕਰ ਲਈਏ, ਜੇ ਕਿਤੇ ਸੈੱਲ ਘੱਟ ਜਾਣ, ਜਿਹੜੇ ਪਸ਼ੂ ਜਾਂ ਜਾਨਵਰ ਜਾਂ ਜੜੀ ਬੂਟੀਆਂ ਜਾਂ ਪੇੜ ਪੌਦੇ ਜਾਂ ਇਹ ਕਹਿ ਸਕਦੇ ਹਾਂ ਕਿ ਆਪਾਂ ਫਲ ਫਰੂਟ ਇੱਥੋਂ ਤੱਕ ਜਿਹੜੇ ਨੇ ਇਨਸਾਨ ਦੇ ਲਈ ਲਾਭਦਾਇਕ ਨੇ। ਇਨਸਾਨ ਕਿਸ ਦੇ ਲਈ ਲਾਭਦਾਇਕ ਹੈ, ਇਹ ਵੱਡਾ ਸਵਾਲ ਹੈ। ਇਨਸਾਨ ਜੰਗਲਾਂ ਨੂੰ ਖ਼ਤਮ ਕਰ ਰਿਹਾ ਹੈ, ਇਨਸਾਨ ਧਰਤੀ ਦੇ ਪਾਣੀ ਨੂੰ ਖ਼ਤਮ ਕਰ ਰਿਹਾ, ਇਨਸਾਨ ਧਰਤੀ ਨੂੰ ਖਰਾਬ ਕਰ ਰਿਹਾ, ਚਾਹੇ ਉਹ ਪਲਾਸਟਿਕ ਦੀ ਗੱਲ ਹੋਵੇ, ਚਾਹੇ ਉਹ ਆਪਸੀ ਰਿਸ਼ਤਿਆਂ ਦੀ ਗੱਲ ਹੋਵੇ। ਨਫ਼ਰਤ ਜਿਹੜਾ ਆ ਮਨਾਂ ਦੇ ਵਿੱਚ ਪੈਦਾ ਹੋਈ ਹੈ। ਅਤੇ ਕਿਤੇ ਨਾ ਕਿਤੇ ਮੈਂ ਰੱਬ ਤੋਂ ਡਰ ਕੇ ਇਹ ਗੱਲ ਕਹਿਣਾ ਚਾਹੁੰਦਾ ਹਾਂ, ਕਿਤੇ ਨਾ ਕਿਤੇ ਜਿਹੜਾ ਪਰਮਾਤਮਾ ਅਕਾਲ ਪੁਰਖ ਵੀ ਇਹ ਸੋਚਦਾ ਹੋਣਾ ਹੈ ਕਿ ਮੈਂ ਜੋ ਇਸ ਸੰਸਾਰ ਦੀ ਰਚਨਾ ਕੀਤੀ ਸੀਗੀ, ਸ਼ਾਇਦ ਮੈਂ ਇਸੇ ਤਰ੍ਹਾਂ ਦੀ ਨਹੀਂ ਸੀ ਕੀਤੀ ਜਿਸ ਤਰ੍ਹਾਂ ਇਸ ਕਲਯੁਗੀ ਜੀਵ ਨੇ ਆਪਣੀ ਸੋਚ ਦੇ ਮੁਤਾਬਿਕ ਜਿਹੜਾ ਆ ਇਸ ਨੂੰ ਵਧਾਇਆ ਆ ਅਤੇ ਬਣਾ ਦਿੱਤਾ ਆ। ਅਤੇ ਗੱਲਾਂ ਦੇ ਵਿੱਚ ਮੈਂ ਭੁੱਲ ਹੀ ਗਿਆ, ਸਾਡੇ ਨਾਲ ਇੱਥੇ ਮੇਰੇ ਨਾਲ ਸਟੂਡੀਓ 'ਚ ਹਾਜ਼ਰ ਨੇ ਮੇਰੇ ਸਾਥੀ ਰੂਹੀ ਗਰੋਵਰ ਜੀ, ਅਤੇ ਅਸੀਂ ਪ੍ਰੋਗਰਾਮ ਨੂੰ ਅੱਗੇ ਵਧਾਵਾਂਗੇ ਅਤੇ ਮਾਰਾਂਗੇ ਇਤਿਹਾਸ 'ਤੇ ਝਾਤ। ਆਓ ਜੀ। ਜੀ ਸਤਿ ਸ਼੍ਰੀ ਅਕਾਲ ਜੀ, ਗੁੱਡ ਮਾਰਨਿੰਗ ਸੰਗਤ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਸਵਾਗਤ ਹੈ। ਤੇ ਪ੍ਰੋਗਰਾਮ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਵੇਂ ਕਿ ਅਸੀਂ ਹਮੇਸ਼ਾ ਆਪਣੇ ਦਰਸ਼ਕਾਂ ਨੂੰ, ਆਪਣੇ ਵਿਊਅਰਸ ਨੂੰ ਕਹਿੰਦੇ ਹੁੰਦੇ ਆ ਕਿ ਇਸ ਪ੍ਰੋਗਰਾਮ ਵਿੱਚ ਜਿਹੜੇ ਸਾਡੇ ਦਰਸ਼ਕ ਸਾਡੇ ਨਾਲ ਲਾਈਵ ਜੁੜਨਾ ਚਾਹੁੰਦੇ ਨੇ, ਰਾਬਤਾ ਕਾਇਮ ਕਰਨਾ ਚਾਹੁੰਦੇ ਨੇ, ਆਪਣੇ ਵਿਚਾਰ ਸਾਂਝਾ ਕਰਨਾ ਚਾਹੁੰਦੇ, ਕੋਈ ਗੱਲਬਾਤ ਕਰਨਾ ਚਾਹੁੰਦੇ ਨੇ, ਸਵਾਲ ਪੁੱਛਣਾ ਚਾਹੁੰਦੇ ਨੇ, ਕੋਈ ਜਾਣਕਾਰੀ ਦੇਣਾ ਚਾਹੁੰਦੇ ਨੇ, ਐਕਸਪੀਰੀਐਂਸਿਸ ਆਪਣੇ ਸ਼ੇਅਰ ਕਰਨਾ ਚਾਹੁੰਦੇ ਨੇ, ਕੋਈ ਇਨਫੋਰਮੇਸ਼ਨ ਜੋ ਸਾਡੇ ਤੋਂ ਮਿਸ ਹੋ ਗਈ ਉਹਨੂੰ ਕੰਪਲੀਟ ਕਰਨਾ ਚਾਹੁੰਦੇ ਨੇ, ਪੂਰਾ ਕਰਨਾ ਚਾਹੁੰਦੇ ਨੇ, ਤਾਂ ਇਤਿਹਾਸ ਨੂੰ ਸੁਣਾਉਣ ਤੋਂ ਬਾਅਦ ਥੱਲੇ ਸਕਰੀਨ ਤੇ ਦਿੱਤੇ ਨੰਬਰਸ ਤੇ ਸਾਨੂੰ ਕੰਟੈਕਟ ਕਰ ਸਕਦੇ ਨੇ। ਤੇ ਹੁਣ ਵਧਦੇ ਹਾਂ ਅਗਲੇ ਪੜਾਅ ਵੱਲ, ਜਿਹੜਾ ਇਤਿਹਾਸ ਦਾ। ਬਿਲਕੁਲ ਜੀ, ਜੋ ਅੱਜ ਦਾ ਸਾਡਾ ਇਤਿਹਾਸ ਹੈ ਉਹ 29 ਮਾਰਚ 1662 ਨੂੰ ਭਾਈ ਜਿਹੜੇ ਨੇ ਨੰਦ ਲਾਲ ਜੀ ਔਰੰਗਜ਼ੇਬ ਤੋਂ ਜਾਨ ਬਚਾ ਕੇ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਵਿੱਚ ਜਿਹੜਾ ਅਨੰਦਪੁਰ ਸਾਹਿਬ ਆ ਪੁੱਜੇ ਸੀ। ਅਤੇ ਆਓ ਅਸੀਂ ਉਹ ਇਸੇ ਇਤਿਹਾਸ ਨੂੰ ਜਿਹੜਾ ਆ ਝਾਤ ਮਾਰੀਏ ਅਤੇ ਜਿਹੜਾ ਪ੍ਰੋਗਰਾਮ ਦੇ ਰਹਿੰਦੇ ਸਮੇਂ ਦੇ ਵਿੱਚ ਜਿਹੜਾ ਆ ਇਸ ਨੂੰ ਜਿਹੜਾ ਪੂਰਾ ਕਰਨ ਦੀ ਜਿਹੜੀ ਆ ਕੋਸ਼ਿਸ਼ ਕਰਦੇ ਹਾਂ ਜੀ। ਅਤੇ ਉਸ ਤੋਂ ਬਾਅਦ ਜੇ ਅਸੀਂ ਗੱਲ ਕਰੀਏ ਭਾਈ ਨੰਦ ਲਾਲ ਜੀ ਯੋਗਾ, ਯਾਨੀ ਕਿ 1633 ਤੋਂ 1713 ਦਾ ਸਮਾਂ ਦੀ ਥੋੜ੍ਹੀ ਜਿਹੀ ਅਸੀਂ ਗੱਲ ਜਿਹੜੀ ਆ ਉਹ ਝਾਤ ਕਰਾਂਗੇ। ਦਾ ਜਨਮ ਜਿਹੜਾ ਗਜਨੀ ਅਫਗਾਨਿਸਤਾਨ ਵਿੱਚ ਹੋਇਆ। ਉਹਨਾਂ ਦੇ ਪਿਤਾ ਛੱਜੂ ਮੱਲ ਜੀ ਜਿਹੜੇ ਸ਼ਹਿਜ਼ਾਦਾ ਦਾਰਾ ਸ਼ਿਕੋਹ ਦੇ ਮੁਨਸ਼ੀ ਅਤੇ ਬਹੁਤ ਚੰਗੇ ਵਿਦਵਾਨ ਸਨ। ਭਾਈ ਨੰਦ ਲਾਲ ਜੀ ਨੇ 12 ਸਾਲ ਦੀ ਉਮਰ ਵਿੱਚ ਕਵਿਤਾ ਲਿਖਣੀ ਸ਼ੁਰੂ ਕੀਤੀ ਅਤੇ ਆਪਣਾ ਜਿਹੜਾ ਆ ਤਖੱਲੁਸ ਗੋਆ ਰੱਖਿਆ। ਜਦੋਂ ਉਹ 17 ਸਾਲ ਦੇ ਹੋਏ ਤਾਂ ਉਹਨਾਂ ਦੇ ਮਾਤਾ ਜੀ ਉਸ ਤੋਂ 2 ਸਾਲ ਬਾਅਦ ਉਹਨਾਂ ਦੇ ਪਿਤਾ ਜੀ ਦਾ ਦੇਹਾਂਤ ਹੋ ਗਿਆ। ਗੁਰਮਤਿ ਦੇ ਇਤਿਹਾਸ ਵਿੱਚ ਭਾਈ ਨੰਦ ਲਾਲ ਜੀ ਦੀ ਖਾਸ ਜਗ੍ਹਾ ਇਹ ਹੈ ਕਿ ਇਹ ਇਸਲਾਮੀ ਵਿਦਿਅਕ ਅਤੇ ਧਾਰਮਿਕ ਪਰੰਪਰਾਵਾਂ ਦੇ ਥੱਲੇ ਪੱਲੇ ਅਤੇ ਮਤਲਬ ਵੱਡੇ ਫੁੱਲੇ ਇਹ ਕਹਿ ਸਕਦੇ ਆ ਕਿ ਅਤੇ ਪ੍ਰਵਾਨ ਜਿਹੜੇ ਇਸਲਾਮੀ ਵਿੱਦਿਆ ਦਾ ਰੰਗ ਜਿਹੜਾ ਆ ਉਹਨਾਂ ਦੇ ਉੱਪਰ ਜਿਹੜਾ ਆ ਸਪਸ਼ਟ ਤੌਰ 'ਤੇ ਜਿਹੜਾ ਆ ਦਿਖਾਈ ਦਿੰਦਾ ਹੈ। ਹਾਂਜੀ ਜੀ, ਤੇ ਫਾਰਸੀ ਤੇ ਅਰਬੀ ਦੇ ਬਹੁਤ ਵੱਡੇ ਵਿਦਵਾਨ ਸਨ। ਉਹ ਕੁਰਾਨ ਸ਼ਰੀਫ ਸਿਰਫ ਪੜ੍ਹਨਾ ਹੀ ਨਹੀਂ ਸੀ ਜਾਣਦੇ, ਬਲਕਿ ਉਹਨਾਂ ਦੀ ਸਹੀ ਤਜਜ਼ੀਰ ਕਰਨ ਵਿੱਚ ਵੀ ਵੱਡੇ ਮੌਲਿਆਂ ਨੂੰ ਵੀ ਚਕਿਤ ਕਰ ਦਿੰਦੇ ਸਨ, ਜੋ ਬਾਅਦ ਵਿੱਚ ਔਰੰਗਜ਼ੇਬ ਦੇ ਦਰਬਾਰ ਵਿੱਚੋਂ ਉਹਨਾਂ ਦੇ ਭਜਨ ਦਾ ਕਾਰਨ ਬਣਿਆ। ਔਰੰਗਜ਼ੇਬ ਨੂੰ ਇਸ ਨੂੰ ਮੁਸਲਮਾਨਾਂ ਦੀ ਕਤਾਰ ਵਿੱਚ ਖੜੇ ਹੋਏ ਵੇਖਣਾ ਚਾਹੁੰਦੇ ਸੀ, ਜੋ ਨੰਦ ਲਾਲ ਨੂੰ ਮਨਜ਼ੂਰ ਨਹੀਂ ਸੀ। ਤੇ ਕਿਸੇ ਵਕਤ ਇਹ ਔਰੰਗਜ਼ੇਬ ਦੇ ਪੁੱਤਰ ਮੁਆਜ਼ਮ ਬਹਾਦੁਰ ਸ਼ਾਹ ਨੂੰ ਫਾਰਸੀ ਪੜ੍ਹਾਉਂਦੇ ਸੀ। ਇੱਕ ਵਾਰੀ ਫਾਰਸੀ ਦੀ ਚਿੱਠੀ ਦਾ ਤਰਜੁਮਾ ਕਰਨ ਲਈ ਉਹ ਔਰੰਗਜ਼ੇਬ ਦੇ ਦਰਬਾਰ ਵਿੱਚ ਆਏ। ਉਹਨਾਂ ਨੇ ਚਿੱਠੀ ਦਾ ਤਰਜਮਾ ਇਤਨਾ ਸੋਹਣੇ ਢੰਗ ਨਾਲ ਕੀਤਾ ਕਿ ਔਰੰਗਜ਼ੇਬ ਨੇ ਕੰਨਾਂ ਨੂੰ ਹੱਥ ਲਗਾਏ। ਦਰਬਾਰੀਆਂ ਤੋਂ ਇਸ ਦਾ ਨਾਂ ਪੁੱਛਿਆ। ਜਦ ਔਰੰਗਜ਼ੇਬ ਨੂੰ ਪਤਾ ਚੱਲਿਆ ਕਿ ਇਹ ਹਿੰਦੂ ਹਨ ਤਾਂ ਉਸਨੇ ਦਰਬਾਰੀਆਂ ਨੂੰ ਹਦਾਇਤ ਕੀਤੀ ਕਿ ਜਾਂ ਤਾਂ ਇਹਨਾਂ ਨੂੰ ਦੀਨ-ਏ ਇਸਲਾਮ ਵਿੱਚ ਲਿਆਓ ਜਾਂ ਇਹਨਾਂ ਦਾ ਕਤਲ ਕਰ ਦਿਓ। ਤੇ ਉਹਨਾਂ ਕੋਲੋਂ ਬਰਦਾਸ਼ਤ ਨਹੀਂ ਹੋਇਆ ਕਿ ਇਤਨਾ ਕਾਬਿਲ ਇਨਸਾਨ ਕਿਸੇ ਦੂਸਰੇ ਮਜ਼ਹਬ ਦੀ ਸ਼ਾਨ ਵਧਾ ਰਿਹਾ ਹੋਵੇ। ਜੀ ਬਿਲਕੁਲ, ਇਹ ਗੱਲ ਔਰੰਗਜ਼ੇਬ ਦੇ ਬੇਟੇ ਤੱਕ ਵੀ ਜਿਹੜੀ ਪਹੁੰਚਾਈ ਗਈ। ਉਸਨੇ ਨੰਦ ਲਾਲ ਜੀ ਨੂੰ ਜਦ ਦੱਸਿਆ ਤਾਂ ਨੰਦ ਲਾਲ ਜੀ ਪੂਰੀ ਤਰ੍ਹਾਂ ਘਬਰਾ ਗਏ। ਪੁੱਛਣ ਲੱਗੇ ਕਿ ਮੈਨੂੰ ਆਪਣੀ ਜਾਨ ਅਤੇ ਧਰਮ ਦੋਨੋਂ ਹੀ ਪਿਆਰੇ ਨੇ, ਅਤੇ ਇਹ ਦੱਸਿਆ ਵੀ ਕਿਹਾ ਵੀ ਜਿਸ ਤਰ੍ਹਾਂ ਹਰ ਕੋਈ ਕਹਿੰਦਾ ਆ।
ਹਰੇਕ ਨੂੰ ਆਪਣਾ ਧਰਮ ਪਿਆਰਾ ਆ, ਹਰੇਕ ਬੰਦੇ ਨੂੰ ਜਿਹੜੀ ਆਪਣੀ ਜਾਨ ਪਿਆਰੀ ਆ। ਕੋਈ ਵੀ ਨਹੀਂ ਕਹਿੰਦਾ ਕਿ ਅਸੀਂ ਧਰਮ ਪਰਿਵਰਤਨ ਕਰੀਏ। ਹਾਂ, ਮੌਜੂਦਾ ਸਥਿਤੀ ਦੇ ਚਾਹੇ ਜਿਸ ਤਰ੍ਹਾਂ ਅਸੀਂ ਹੁਣ ਜਿਹੜੀ ਆ ਪੰਜਾਬ ਦੀ ਗੱਲ ਕਰ ਲਈਏ ਕਿ ਪੰਜਾਬ ਦੇ ਵਿੱਚ ਵੀ ਕੁਛ ਇਸੇ ਤਰ੍ਹਾਂ ਦਾ ਆ, ਚਾਹੇ ਹਿੰਦੂਤਵ ਜਿਹੜਾ ਚੜ੍ਹ ਕੇ ਆ ਰਿਹਾ ਆ, ਚਾਹੇ ਉਹ ਕ੍ਰਿਸਚਨ ਭਾਈਚਾਰਾ ਆ, ਚਾਹੇ ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਜਿਹੜਾ ਅਸੀਂ ਜਬਰਨ ਕਿਸੇ ਉੱਤੇ ਜਿਹੜਾ ਆ ਆਪਣਾ ਜਿਹੜਾ ਧਰਮ ਥੋਪਣ 'ਤੇ ਲੱਗੇ ਹੋਏ ਆ, ਜਦ ਕਿ ਹਰੇਕ ਦੀ ਜਿਹੜੀ ਆ ਇੱਕ ਧਾਰਮਿਕ ਸੁਤੰਤਰਤਾ ਹੁੰਦੀ ਹੈ ਕਿ ਉਹ ਆਪਣੀ ਮਰਜ਼ੀ ਦੇ ਨਾਲ ਜਿਹੜਾ ਆ ਹਰ ਇੱਕ ਕਿਸੇ ਵੀ ਧਰਮ ਨੂੰ ਚੁਣ ਸਕਦਾ, ਪਰ ਅਸੀਂ ਦਬਾਅ ਦੇ ਨਾਲ ਕਿਸੇ ਨੂੰ ਵੀ ਜਿਹੜਾ ਆ ਧਰਮ ਬਦਲਣ ਦੇ ਲਈ ਜਿਹੜਾ ਆ ਮਜਬੂਰ ਨਹੀਂ ਕਰ ਸਕਦੇ। ਐਸੀ ਕਿਹੜੀ ਥਾਂ ਆ ਜਿੱਥੇ ਮੈਂ ਦੋਵਾਂ ਨੂੰ ਬਚਾ ਸਕਾਂ? ਉਹਨਾਂ ਦੇ ਮਨ ਦੇ ਵਿੱਚ ਇੱਕ ਵੱਡਾ ਸਵਾਲ ਆਇਆ ਤਾਂ ਔਰੰਗਜ਼ੇਬ ਦੇ ਪੁੱਤਰ ਨੇ ਕਿਹਾ ਕਿ ਜੇ ਤੂੰ ਆਪਣੇ ਜਾਨ ਤੇ ਧਰਮ ਦੀ ਸਲਾਮਤੀ ਚਾਹੁੰਦਾ ਹੈ ਤਾਂ ਅਨੰਦਪੁਰ ਸਾਹਿਬ ਚਲਾ ਜਾ। ਉਦੋਂ ਤਾਂ ਜਿਹੜਾ ਆ ਨਾਮ ਜਿਹੜਾ ਆ ਕੱਲ੍ਹ ਵੀ ਜਿਵੇਂ ਪ੍ਰੋਗਰਾਮ ਦੇ ਵਿੱਚ ਦੱਸਿਆ ਸੀਗਾ ਮਾਤਾ ਚੱਕ ਨਾਨਕੀ ਸੀਗਾ, ਵੀ ਮਤਲਬ ਤੂੰ ਜਿਹੜਾ ਆ ਅਨੰਦਪੁਰ ਸਾਹਿਬ ਜਿਹੜਾ ਚਲੇ ਜਾ। ਮੈਂ ਸਤਿਕਾਰ ਵਜੋਂ ਜਿਹੜਾ ਸਾਹਿਬ ਲਾ ਰਿਹਾ ਤਾਂ ਉਦੋਂ ਤਾਂ ਸਿਰਫ ਜਿਹੜਾ ਆ ਅਨੰਦਪੁਰੀ ਜਿਹੜਾ ਆ ਇਸ ਦਾ ਨਾਮ ਹੀ ਸੀਗਾ। ਤੇ ਨੰਦ ਲਾਲ ਜੀ ਰਾਤੋਂ ਰਾਤ ਆਪਣੇ ਮੁਸਲਮਾਨ ਪ੍ਰਬੰਧਕ ਤੇ ਅਨੁਯਾਈ ਦੀ ਮਦਦ ਦੇ ਨਾਲ ਜਿਹੜਾ ਆ ਆਗਰੇ ਦੇ ਕਿਲੇ ਤੋਂ ਬਚ ਕੇ ਜਿਹੜਾ ਆ ਅਨੰਦਪੁਰ ਸਾਹਿਬ ਜਾ ਪੁੱਜੇ। ਜੀ, ਗੁਰੂ ਸਾਹਿਬ ਇਸ ਦੀ ਵਿਦਵਤਾ ਵੇਖ ਕੇ ਬੜੇ ਖੁਸ਼ ਹੋਏ, ਪਰ ਕਿਤੇ ਹੰਕਾਰ ਨਾ ਹੋ ਜਾਏ ਇਸ ਲਈ ਇਹਨਾਂ ਨੂੰ ਲੰਗਰ ਦੇ ਭਾਂਡੇ ਮਾਂਜਣ ਦੀ ਸੇਵਾ ਤੇ ਲਗਾ ਦਿੱਤਾ। ਨੰਦ ਲਾਲ ਨੂੰ ਇਹ ਸੇਵਾ ਚੰਗੀ ਨਾ ਲੱਗੀ, ਬੜਾ ਹੈਰਾਨ ਹੋ ਕੇ ਸੋਚਣ ਲੱਗਾ ਕਿ ਇਹਨਾਂ ਨੂੰ ਤਾਂ ਮੈਨੂੰ ਕਵਿਤਾ ਜਾਂ ਕੁਝ ਲਿਖਿਆ ਸੁਣਾਉਣ ਵਾਸਤੇ ਕਹਿਣਾ ਚਾਹੀਦਾ ਸੀ, ਭਾਂਡੇ ਮਾਂਜਣ ਤੇ ਲਗਾ ਦਿੱਤਾ। ਖੈਰ, ਹੁਕਮ ਤਾਂ ਮੰਨਣਾ ਹੀ ਪੈਣਾ ਸੀ। ਭਾਂਡੇ ਮਾਂਜਦਿਆਂ ਮਨ ਦਾ ਹੰਕਾਰ ਵੀ ਹੌਲੀ ਹੌਲੀ ਸਾਫ਼ ਹੁੰਦਾ ਗਿਆ ਤੇ ਕੁਝ ਚਿਰ ਮਗਰੋਂ ਲੰਗਰ ਦੀ ਸ਼ਾਖ ਦਾ ਮੁਖੀ ਬਣਾ ਦਿੱਤਾ ਗਿਆ। ਜੀ, ਇੱਕ ਦਿਨ ਗੁਰੂ ਸਾਹਿਬ ਨੇ ਲੰਗਰ ਦੇ ਪ੍ਰਬੰਧ ਦਾ ਨਿਰੀਖਣ ਕਰਨ ਦਾ ਸੋਚਿਆ ਕਿ ਕਿਉਂ ਨਾ ਦੇਖਿਆ ਜਾਵੇ ਕਿ ਜੋ ਲੰਗਰ ਪਕਾਇਆ ਜਾ ਰਿਹਾ ਜਾਂ ਲੰਗਰ ਪਰੋਸਿਆ ਜਾ ਰਿਹਾ ਆ ਉਸ ਬਾਰੇ ਜਿਹੜਾ ਆ ਕੁਝ ਧਿਆਨ ਦਿੱਤਾ ਜਾਵੇ। ਭੇਸ ਬਦਲ ਕੇ ਸਭ ਦੇ ਲੰਗਰ ਖਾਨਿਆਂ ਵਿੱਚ ਗਏ ਤੇ ਕਿਹਾ ਕਿ ਮੈਂ 2 ਦਿਨ ਦਾ ਭੁੱਖਾ, ਬੜੀ ਦੂਰੋਂ ਚੱਲ ਕੇ ਆਇਆ, ਭੁੱਖ ਲੱਗੀ ਹੈ, ਕੁਝ ਖਾਣ ਨੂੰ ਜ਼ਰੂਰ ਦਿਓ, ਜਿਵੇਂ ਹਰ ਕੋਈ ਜਿਹੜਾ ਆ ਮਦਦਗਾਰ ਜਾਂ ਰਾਹਗੀਰ ਮੰਗਦਾ ਹੁੰਦਾ। ਲੰਗਰ ਦਾ ਵਕਤ ਨਹੀਂ ਸੀ। ਹਰ ਇੱਕ ਮੁਖੀ ਨੇ ਕਹਿ ਦਿੱਤਾ ਵੀ ਅਜੇ ਲੰਗਰ ਜਿਹੜਾ ਆ ਉਹ ਉਸ ਦਾ ਸਮਾਂ ਨਹੀਂ ਹੋਇਆ ਜਾਂ ਉਹਦਾ ਵਕਤ ਨਹੀਂ ਹੋਇਆ ਜਾਂ ਕੁਝ ਸਮੇਂ ਦੇਰ ਬਾਅਦ ਚੱਲੇਗਾ, ਜਾਂ ਇਹ ਵੀ ਕਹਿ ਸਕਦੇ ਹਾਂ ਕਿ ਮਤਲਬ ਗੁਰੂ ਘਰਾਂ ਦੇ ਵਿੱਚ ਜਾਂ ਅਸੀਂ ਇਹ ਕਹਿ ਸਕਦੇ ਹਾਂ ਕਿ ਜਿਵੇਂ ਹੁਣ ਸਾਡਾ ਬ੍ਰੇਕਫਾਸਟ ਹੋਇਆ, ਬਾਅਦ 'ਚੋਂ ਲੰਚ ਹੋਏਗਾ ਅਤੇ ਰਾਤ ਨੂੰ ਡਿਨਰ ਹੋਏਗਾ, ਉਦੋਂ ਵੀ ਗੁਰੂ ਘਰਾਂ ਦੇ ਵਿੱਚ ਜਿਹੜਾ ਆ 24 ਘੰਟੇ ਜਿਹੜਾ ਆ ਲੰਗਰ ਕਿਤੇ ਕਿਤੇ ਚੱਲਦਾ ਹੁੰਦਾ ਸੀ। ਨਹੀਂ ਤਾਂ ਜਿਹੜਾ ਸਵੇਰ ਦਾ, ਦੁਪਹਿਰ ਦਾ ਅਤੇ ਸ਼ਾਮ ਦਾ ਲੰਗਰ ਹੀ ਇਸੇ ਤਰ੍ਹਾਂ ਜਿਹੜਾ ਆ ਬਣਾਇਆ ਜਾਂਦਾ ਸੀ। ਅਗਰ ਲੰਗਰ ਦੇ ਵਿੱਚ ਕੁਝ ਰਸਤਾ ਵਸਤਾਂ ਪਈਆਂ ਹੁੰਦੀਆਂ ਸੀ ਤਾਂ ਉਹ ਰਾਹਗੀਰਾਂ ਨੂੰ ਦਿੱਤੀਆਂ ਜਾਂਦੀਆਂ ਸਨ, ਨਹੀਂ ਤਾਂ ਜਿਹੜਾ ਆ ਉਹਨਾਂ ਨੂੰ ਜਿਹੜਾ ਆ ਕੁਝ ਸਮੇਂ ਦੇ ਲਈ ਜਿਹੜਾ ਰੁਕਣ ਵਾਸਤੇ ਕਿਹਾ ਜਾਂਦਾ ਸੀਗਾ। ਅਤੇ ਕੁਝ ਜਿਹੜੀਆਂ ਬਿਲਾਸੀ ਬੀਬੀਆਂ ਹੁੰਦੀਆਂ ਸੀਗੀਆਂ ਉਹਨਾਂ ਨੂੰ ਜਿਹੜਾ ਮੌਕੇ 'ਤੇ ਹੀ ਜਿਹੜਾ ਆ ਲੰਗਰ ਬਣਾ ਕੇ ਜਿਹੜਾ ਆ ਛਕਾ ਦਿੱਤੇ ਜਾਂਦੇ ਸਨ। ਪਰ ਉਹਨਾਂ ਨੇ ਜਿਹੜਾ ਕਹਿ ਤਾ ਵੀ ਇਹ ਲੰਗਰ ਦਾ ਜਿਹੜਾ ਆ ਹਲੇ ਸਮਾਂ ਨਹੀਂ ਹੋਇਆ, ਲੰਗਰ ਤਿਆਰ ਨਹੀਂ ਆ, ਕੁਝ ਚਿਰ ਬਾਅਦ ਆਉਣਾ। ਅਤੇ ਫਿਰ ਭਾਈ ਨੰਦ ਲਾਲ ਜੀ ਦੇ ਲੰਗਰ ਵਿੱਚ ਗਏ ਅਤੇ ਬੋਲੇ ਮੈਂ ਬੜੀ ਦੂਰੋਂ ਚੱਲ ਕੇ ਆਇਆ, ਮੈਂ ਥੱਕਿਆ ਹੋਇਆ ਆ, 2 ਦਿਨਾਂ ਤੋਂ ਕੁਝ ਖਾਧਾ ਨਹੀਂ, ਕੁਝ ਖਾਣ ਨੂੰ ਹੈ ਤਾਂ ਨੰਦ ਲਾਲ ਨੂੰ ਜਿਹੜਾ ਆ ਕਿਹਾ ਕਿ ਮੈਨੂੰ ਦਿਓ। ਅਤੇ ਬੜੇ ਪਿਆਰ ਸਤਿਕਾਰ ਨੇ ਨੰਦ ਲਾਲ ਜੀ ਨੇ ਉਹਨਾਂ ਨੂੰ ਮੰਜੇ 'ਤੇ ਬਿਠਾਇਆ, ਥਕਾਨ ਉਤਾਰਨ ਲਈ ਗਰਮ ਪਾਣੀ ਨਾਲ ਉਹਨਾਂ ਦੇ ਪੈਰ ਧੋਤੇ ਅਤੇ ਬੋਲੇ ਤੁਸੀਂ ਥੋੜ੍ਹਾ ਜਿਹੜਾ ਆ ਆਰਾਮ ਕਰੋ, ਮੈਂ ਹੁਣੇ ਜੋ ਵੀ ਕੁਝ ਮੇਰੇ ਕੋਲ ਬਣਦਾ ਸਰਦਾ ਆ ਜਾਂ ਲੰਗਰ ਦੇ ਵਿੱਚ ਹੈ ਜਾਂ ਮੇਰੇ ਕੋਲ ਹੈ ਜਲਦੀ ਜਾਂ ਮੈਂ ਬਣਾ ਸਕਦਾ ਹੋਵਾਂ ਉਹ ਮੈਂ ਲੈ ਕੇ ਆਉਣਾ ਆ। ਜੀ ਬਿਲਕੁਲ ਜੀ। ਤੇ ਜੋ ਕੁਝ ਬਣਿਆ ਲੈ ਕੇ ਆਏ, ਬੜੇ ਪਿਆਰ ਸਤਿਕਾਰ ਨਾਲ ਖਵਾਇਆ। ਗੁਰੂ ਸਾਹਿਬ ਨੇ ਆਪਣੇ ਚਿਹਰੇ ਤੋਂ ਚਾਦਰ ਲਾਈ ਤੇ ਕਹਿਣ ਲੱਗੇ ਮੈਂ ਬਹੁਤ ਖੁਸ਼ ਹਾਂ ਨੰਦ ਲਾਲ, ਕੁਝ ਮੰਗ ਲੈ। ਤਾਂ ਨੰਦ ਲਾਲ ਨੇ ਕੀ ਮੰਗਿਆ? ਬਸ ਆਪਣੇ ਚਰਨਾਂ ਵਿੱਚ ਥਾਂ ਦੇ ਦਿਓ, ਇਸ ਤੋਂ ਵੱਧ ਮੈਨੂੰ ਕੁਝ ਨਹੀਂ ਚਾਹੀਦਾ। ਇੱਕ ਵਾਰੀ ਗੁਰੂ ਸਾਹਿਬ ਨੰਦ ਲਾਲ ਤੇ ਕੁਝ ਹੋਰ ਸਿੱਖਾਂ ਨਾਲ ਸੈਰ ਕਰਨ ਨੂੰ ਜਾ ਰਹੇ ਸੀ। ਰਸਤੇ ਵਿੱਚੋਂ ਉਹਨਾਂ ਨੇ ਇੱਕ ਪੱਥਰ ਚੁੱਕਿਆ, ਨਦੀ ਵਿੱਚ ਸੁੱਟਿਆ ਤੇ ਸਿੱਖਾਂ ਤੋਂ ਪੁੱਛਣ ਲੱਗੇ ਕਿ ਇਹ ਪੱਥਰ ਕਿਉਂ ਡੁੱਬਿਆ ਏ। ਸਿੱਖਾਂ ਨੇ ਕਿਹਾ ਕਿ ਪੱਥਰ ਭਾਰੀ ਹੁੰਦਾ ਹੈ ਇਸ ਲਈ ਪਾਣੀ ਵਿੱਚ ਡੁੱਬ ਗਿਆ ਏ। ਥੋੜੀ ਦੂਰ ਜਾ ਕੇ ਫਿਰ ਇੱਕ ਹੋਰ ਪੱਥਰ ਚੁੱਕਿਆ, ਨਦੀ ਵਿੱਚ ਸੁੱਟਿਆ, ਫਿਰ ਉਹੀ ਸਵਾਲ। ਤੀਸਰੀ ਵਾਰੀ ਫਿਰ ਪੱਥਰ ਸੁੱਟ ਕੇ ਉਹੀ ਸਵਾਲ, ਪੱਥਰ ਡੁੱਬਿਆ ਕਿਉਂ ਹੈ। ਬਾਰ-ਬਾਰ ਇੱਕੋ ਸਵਾਲ ਤੇ ਇੱਕ ਸਿੱਖ ਨੇ ਥੋੜੇ ਖਿੱਚ ਕੇ ਕਿਹਾ ਪਾਤਸ਼ਾਹ ਕੀ ਕਰਦੇ ਹੋ, ਪੱਥਰ ਚੁੱਕਦੇ ਹੋ, ਸੁੱਟਦੇ ਹੋ ਤੇ ਮੁੜ-ਮੁੜ ਕੇ ਉਹੀ ਸਵਾਲ ਕਰਦੇ ਹੋ, ਤੁਹਾਨੂੰ ਵੀ ਪਤਾ ਹੈ ਕਿ ਪੱਥਰ ਭਾਰੀ ਹੈ ਇਸ ਲਈ ਡੁੱਬ ਗਿਆ। ਤੇ ਚੌਥੀ ਵਾਰ ਫਿਰ ਪੱਥਰ ਨਦੀ ਵਿੱਚ ਸੁੱਟਿਆ ਤੇ ਸਵਾਲ ਕੀਤਾ ਨੰਦ ਲਾਲ ਪੱਥਰ ਡੁੱਬਿਆ ਕਿਉਂ ਹੈ। ਇਸ ਵਾਰੀ ਸਿੱਖਾਂ ਨੂੰ ਨਹੀਂ ਨੰਦ ਲਾਲ ਤੋਂ ਪੁੱਛਦੇ ਹਨ। ਨੰਦ ਲਾਲ ਚੁੱਪ, ਫਿਰ ਕਿਹਾ ਨੰਦ ਲਾਲ ਮੈਂ ਤੇਰੇ ਕੋਲੋਂ ਪੁੱਛ ਰਿਹਾ ਪੱਥਰ ਡੁੱਬਿਆ ਕਿਉਂ ਹੈ। ਨੰਦ ਲਾਲ ਦੇ ਅੱਖਾਂ ਵਿੱਚ ਹੰਝੂ ਸੀ, ਕਹਿਣ ਲੱਗਾ ਪਾਤਸ਼ਾਹ ਨਾ ਮੈਂ ਪਾਣੀ ਦੇਖਿਆ ਨਾ ਪੱਥਰ, ਮੈਨੂੰ ਤਾਂ ਬਸ ਇਤਨਾ ਪਤਾ ਹੈ ਕਿ ਜੋ ਤੇਰੇ ਹੱਥੋਂ ਛੁੱਟ ਗਿਆ ਉਹ ਡੁੱਬ ਗਿਆ। ਇਤਨੀ ਸ਼ਰਧਾ ਤੇ ਪਿਆਰ ਸੀ ਉਹਨਾਂ ਦੀ ਗੁਰੂ ਸਾਹਿਬ ਨਾਲ। ਨੰਦ ਸਾਹਿਬ ਲਾਲ ਦਾ ਜਵਾਬ ਸੁਣ ਕੇ ਗੁਰੂ ਸਾਹਿਬ ਨੇ ਕੁਝ ਮੰਗਣ ਲਈ ਕਿਹਾ ਤਾਂ ਉਹਨਾਂ ਦਾ ਕੀ ਜਵਾਬ ਸੀ? ਮੈਂ ਕੀ ਮੰਗਾ, ਤੁਹਾਡੇ ਚਿਹਰੇ ਵਿੱਚੋਂ ਮੈਨੂੰ ਸਾਰੀ ਕਾਇਨਾਤ ਦੇ ਦਰਸ਼ਨ ਹੁੰਦੇ ਹਨ ਤੇ ਕੇਸਾਂ ਵਿੱਚੋਂ ਲੋਕ ਪਰਲੋਕ ਦੇ ਇਸ ਤੋਂ ਵੱਧ
ਮੈਨੂੰ ਕੀ ਚਾਹੀਦਾ ਹੈ। ਜਦ ਗੁਰੂ ਸਾਹਿਬ ਨੇ ਫਿਰ ਵੀ ਮੰਗਣ ਲਈ ਕਿਹਾ ਤਾਂ ਨੰਦ ਲਾਲ ਨੇ ਇੱਕ ਬੜੀ ਖੂਬਸੂਰਤ ਗੱਲ ਕਹੀ ਕਿ ਬਸ ਮੇਰੀ ਇੱਕ ਮੰਗ ਹੈ ਕਿ ਜਦੋਂ ਮੈਂ ਮਰਾਂ ਤਾਂ ਮੇਰੇ ਤਨ ਦੀ ਸਵਾਦ ਤੁਹਾਡੇ ਚਰਨਾਂ ਤੋਂ ਸਿਵਾ ਕਿਸੇ ਹੋਰ ਦੇ ਪੈਰਾਂ ਨੂੰ ਨਾ ਲੱਗੇ। ਜੀ। ਇਸ ਤੋਂ ਬਾਅਦ ਉਹ ਗੁਰੂ ਤੋਂ ਕਦੇ ਵੀ ਵਿਛੜਿਆ ਨਹੀਂ, ਤਦ ਤੱਕ ਜਦ ਤੱਕ ਗੁਰੂ ਸਾਹਿਬ ਨੇ ਅਨੰਦਪੁਰ ਦਾ ਕਿਲ੍ਹਾ ਖਾਲੀ ਕਰਨ ਸਮੇਂ ਉਸ ਨੂੰ ਖੁਦ ਵਾਪਸ ਨਹੀਂ ਭੇਜਿਆ। ਵਿਛੜਨ ਵੇਲੇ ਨੰਦ ਲਾਲ ਦੇ ਅੱਖਾਂ ਵਿੱਚ ਅਥਾਹ ਅਥਰੂ ਸੀ, ਮਨ ਭਰਿਆ ਹੋਇਆ ਸੀ ਤੇ ਮਨ ਦੇ ਵਿੱਚ ਇੱਕੋ ਇੱਕ ਗੱਲ ਜਿਹੜੀ ਆ ਲਗਾਤਾਰ ਚੱਲ ਰਹੀ ਸੀ ਕਿ ਜਿਹੜਾ ਆ ਹੁਣ ਵਿਛੜ ਗਏ ਆ ਫਿਰ ਪਤਾ ਨਹੀਂ ਕਦੋਂ ਮਿਲਾਂਗੇ। ਕਹਿਣ ਲੱਗਾ ਪਾਤਸ਼ਾਹ, ਮੇਰਾ ਵੀ ਦਿਲ ਕਰਦਾ ਹੈ ਕਿ ਮੈਂ ਹੋਰ ਕੁਝ ਨਹੀਂ ਤਾਂ ਆਪਣੇ ਪਿਆਰੇ ਦੇ ਖੇਮੇ ਦੇ ਬਾਹਰ ਖੜਾ ਹੋ ਕੇ ਪਹਿਰਾ ਦਿਆਂ। ਤਾਂ ਗੁਰੂ ਸਾਹਿਬ ਨੇ ਉਸ ਦੇ ਹੱਥ ਤੇ ਕਮਲ ਪਕੜਾ ਦਿੱਤੀ ਤੇ ਕਹਿਣ ਲੱਗੇ, ਇਹ ਸੂਰੇ ਦੀ ਤਲਵਾਰ ਵਾਂਗ ਚੱਲੇਗਾ, ਤੇਗ ਵਾਲੀਆਂ ਨੇ ਤੇਗ ਵਾਉਣੀ ਹੈ ਤੇ ਤੁਸੀਂ ਕਲਮ ਇੱਕ ਇੱਕ ਸਿਪਾਹੀ ਦੀਆਂ ਬਾਹਾਂ ਨਾਲੋਂ ਵੱਧ ਤਾਕਤ ਨਾਲ ਇਸ ਕਲਮ ਵਿੱਚ ਜਿਹੜਾ ਆ ਉਹ ਸ਼ਬਦ ਭਰਨੇ ਨੇ। ਇਹੀ ਨੇਕੀ, ਧਰਮ, ਸਿਮਰਨ ਤੇ ਸ਼ੁਭ ਆਚਰਨ ਸਿਖਾਵੇ। ਇਹੀ ਤੁਹਾਡੇ ਵਾਸਤੇ ਹੁਕਮ ਹੈ। ਅਨੰਦਪੁਰ ਸਾਹਿਬ ਛੱਡਣ ਵੇਲੇ ਹਰ ਪੱਖੋਂ ਸੋਚ ਵਿਚਾਰ ਕੇ ਗੁਰੂ ਸਾਹਿਬ ਵੱਲੋਂ ਉਸ ਨੂੰ ਮੁਲਤਾਨ ਵਾਪਸ ਜਾਣ ਦੀ ਆਗਿਆ ਹੋਈ। ਨੰਦ ਲਾਲ ਦੀ ਕਲਮ ਵਿੱਚੋਂ ਨਿਕਲੀਆਂ ਕੁਝ ਗੁਰੂ ਸਾਹਿਬ ਬਾਰੇ ਇਸ ਤਰ੍ਹਾਂ ਸਤਰਾਂ ਨੇ। ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ, ਏਜਦੀ ਮਨੂਰ ਗੁਰੂ ਗੋਬਿੰਦ ਸਿੰਘ, ਹੱਕ ਹੱਕ ਮਨਜ਼ੂਰ ਗੁਰੂ ਗੋਬਿੰਦ ਸਿੰਘ, ਜ਼ੁਮਲਾ ਫੈਜ਼ੀ ਲੂਰ ਗੁਰੂ ਗੋਬਿੰਦ ਸਿੰਘ, ਹੱਕ ਹੱਕ ਅਗਾ ਗੁਰੂ ਗੋਬਿੰਦ ਸਿੰਘ, ਸ਼ਾਹੇ ਸ਼ਾਹਨਸ਼ਾਹ ਗੁਰੂ ਗੋਬਿੰਦ ਸਿੰਘ, ਖਾਲਸੇ ਬੇਦੀਨਾ ਗੁਰੂ ਗੋਬਿੰਦ ਸਿੰਘ, ਹੱਕ ਹੱਕ ਆਇਨਾ ਗੁਰੂ ਗੋਬਿੰਦ ਸਿੰਘ, ਹੱਕ ਹੱਕ ਅੰਦੇਸ਼ ਗੁਰੂ ਗੋਬਿੰਦ ਸਿੰਘ, ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ। ਜੀ ਬਿਲਕੁਲ ਜੀ। ਤੇ ਅੱਗੇ ਕਿ ਇਹਨਾਂ ਦਾ ਜਨਮ 1633 ਈਸਵੀ ਨੂੰ ਗਜਨੀ ਵਿੱਚ ਛੱਜੂ ਰਾਮ ਖੱਤਰੀ ਦੇ ਘਰ ਹੋਇਆ। ਛੱਜੂ ਰਾਮ ਆਪ ਵੀ ਅਰਬੀ ਤੇ ਫਾਰਸੀ ਦੇ ਬਹੁਤ ਵੱਡੇ ਤੇ ਪ੍ਰਸਿੱਧ ਵਿਦਵਾਨ ਸਨ। ਉਹਨਾਂ ਨੇ ਆਪਣੇ ਪਿਤਾ ਤੋਂ ਸੰਸਕ੍ਰਿਤ, ਹਿੰਦੀ, ਅਰਬੀ ਤੇ ਫਾਰਸੀ ਸਿੱਖੀ ਤੇ ਬਾਅਦ ਵਿੱਚ ਅਰਬੀ ਤੇ ਫਾਰਸੀ ਦੀ ਉੱਚ ਵਿੱਦਿਆ ਵੀ ਪ੍ਰਾਪਤ ਕੀਤੀ। ਜ਼ਰੀਆ ਮੁਆਸ਼ ਦੀ ਤਲਾਸ਼ ਵਿੱਚ ਉਹ ਆਪਣਾ ਵਤਨ ਮੁਲਤਾਨ ਜੋ ਪੰਜਾਬ ਵਿੱਚ ਹੈ ਛੱਡ ਕੇ ਗਜਨੀ ਅਫਗਾਨਿਸਤਾਨ ਵਿੱਚ ਜਾ ਵਸੇ। ਉਹਨਾਂ ਦੀ ਯੋਗਤਾ ਤੇ ਫਾਰਸੀ ਦੇ ਗਿਆਨ ਦੀ ਤਾਰੀਫ ਸੁਣ ਕੇ ਉੱਥੋਂ ਦੇ ਹਾਕਮ ਨਵਾਬ ਮਯੂਦੀਨ ਨੇ ਉਹਨਾਂ ਨੂੰ ਆਪਣਾ ਮੀਰ ਮੁਨਸ਼ੀ ਦੀਵਾਨ ਮੁਕਰਰ ਕਰ ਦਿੱਤਾ। ਇੱਥੇ ਹੀ ਭਾਈ ਨੰਦ ਲਾਲ ਦਾ ਜਨਮ ਹੋਇਆ। ਜਦ ਉਹ 12 ਸਾਲ ਦੇ ਹੋਏ ਤਾਂ ਰਸਮ ਅਨੁਸਾਰ ਰਾਮਾਨੰਦੀ ਬੈਰਾਗੀਆਂ ਦੇ ਕੁਲ ਗੁਰੂ ਨੇ ਭਾਈ ਸਾਹਿਬ ਦੇ ਗਲ ਵਿੱਚ ਕਾਠ ਦੇ ਮਣਕਿਆਂ ਦੀ ਕੰਠੀ ਪਾਉਣੀ ਚਾਹੀ ਤਾਂ ਬਾਲਕ ਨੰਦ ਲਾਲ ਨੇ ਪੂਰੇ ਅਦਬ ਨਾਲ ਇਸ ਕੰਠੀ ਨੂੰ ਗ੍ਰਹਿਣ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ। ਤਾਂ ਉਹਨਾਂ ਤਸ਼ਰੀਹੀ ਵਜ਼ਾਹਤ ਨਾਲ ਆਖਿਆ ਕਿ ਧਰਮ ਤੇ ਆਤਮਿਕ ਮਾਰਗ ਦੀ ਚੋਣ ਮੇਰੇ ਲਈ ਕੋਈ ਰਸਮੀ ਬੰਧਨ ਨਹੀਂ। ਮੈਂ ਆਤਮਿਕ ਸੁਰਤੀ ਦੀ ਪ੍ਰਵਾਜ਼ ਰਾਹੀਂ ਆਪਣੇ ਧਰਮ ਗੁਰੂ ਦੀ ਤਲਾਸ਼ ਖੁਦ ਕਰਾਂਗਾ। ਕਿਸੇ ਨੂੰ ਕੀ ਪਤਾ ਸੀ ਕਿ ਜਿਸ ਕਾਮਲ ਮੁਰਸ਼ਦ ਦੀ ਤਲਾਸ਼ ਬਾਲਕ ਨੰਦ ਲਾਲ ਨੂੰ ਹੈ ਉਹ ਸਾਹਿਬ ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਹਨ। ਜੀ ਬਿਲਕੁਲ ਜੀ। ਇੱਕ ਜਾਣਕਾਰੀ ਮੈਂ ਤੁਹਾਡੇ ਨਾਲ ਇੱਥੇ ਹੋਰ ਸਾਂਝੀ ਕਰਾਂ ਰੂਹੀ ਜੀ, ਗੁਰੂ ਗੋਬਿੰਦ ਸਿੰਘ ਜੀ ਨੇ 52 ਕਵੀ ਜਿਹੜੇ ਨੇ ਆਪਣੇ ਦਰਬਾਰ ਦੇ ਵਿੱਚ ਰੱਖੇ ਸੀ। ਹਾਂਜੀ। ਉਹਨਾਂ ਦੇ ਵਿੱਚੋਂ ਜਿਹੜੇ ਨੰਦ ਲਾਲ ਜੀ ਵੀ ਇੱਕ ਸੀਗੇ। ਤੇ ਸਭ ਤੋਂ ਵੱਡੀ ਜਿਹੜੀ ਇੱਕ ਗੱਲ ਹੈ ਧਰਮ ਪਰਿਵਰਤਨ ਦੀ ਵੀ ਮੈਂ ਗੱਲ ਕੀਤੀ ਆ, ਜੋ ਅੱਜ ਦਾ ਸਮਾਂ ਚੱਲਦਾ ਆ, ਚਾਹੇ ਉਹ ਪੁਰਾਤਨ ਸਮੇਂ ਦੀ ਗੱਲ ਕਰ ਲਈਏ, ਚਾਹੇ ਉਹ ਮੁਗਲ ਸਮੇਂ ਦੀ ਗੱਲ ਕਰ ਲਈਏ, ਜਦੋਂ ਵੀ ਧਰਮ ਉੱਤੇ ਸੰਕਟ ਆਈ ਆ ਤਾਂ ਮਾੜੇ ਤੇ ਮਜ਼ਲੂਮ ਜਿਹੜੇ ਲੋਕ ਨੇ ਉਹਨਾਂ ਦੇ ਨਾਲ ਜਿਹੜਾ ਆ ਵਧੀਕੀ ਹੋਈ ਆ। ਨੰਦ ਲਾਲ ਜੀ ਜਿਹੜੇ ਹਿੰਦੂ ਪਰਿਵਾਰ ਦੇ ਵਿੱਚ ਪੈਦਾ ਹੋਏ ਸੀ, ਉਹ ਰੋਜ਼ਾਨਾ ਜਿਹੜਾ ਆ ਗਊ ਮੂਤਰ ਦਾ ਇਸ਼ਨਾਨ ਕਰਦੇ ਸੀ। ਸ਼ਾਇਦ ਜਿੱਥੋਂ ਤੱਕ ਮੈਂ ਪੜ੍ਹਿਆ ਆ ਇਹ ਸਹੀ ਹੋਵੇ। ਅਗਰ ਜੇ ਕਿਸੇ ਦੇ ਇਤਿਹਾਸ ਦੇ ਨਾਲ ਜੇ ਉਤਾਰਾ ਨਹੀਂ ਖਾਂਦਾ ਤਾਂ ਮੈਂ ਇਸ ਪ੍ਰੋਗਰਾਮ ਦੇ ਵਿੱਚ ਜਿਹੜਾ ਆ ਮੁਆਫੀ ਵੀ ਮੰਗਣੀ ਚਾਹਾਂਗਾ। ਪਰ ਜਿੱਥੋਂ ਤੱਕ ਜਿਹੜੀ ਆ ਖੋਜ ਦੇ ਮੁਤਾਬਕ ਇਹ ਪੜ੍ਹਿਆ ਗਿਆ ਆ ਤੇ ਜਿਹੜਾ ਆ ਖੋਜ ਕੀਤੀ ਗਈ ਆ ਕਿ ਨੰਦ ਲਾਲ ਜੀ ਜਿਹੜਾ ਗਊ ਮੂਤਰ ਦੇ ਨਾਲ ਇਸ਼ਨਾਨ ਕਰਦੇ ਸੀ ਤੇ ਆਪਣੇ ਜਿਹੜਾ ਆ ਘਰ ਦੇ ਆਂਗਨ ਦੇ ਵਿੱਚ, ਜਿਹਨੂੰ ਵਿਹੜੇ ਦੇ ਵਿੱਚ ਆਪਾਂ ਕਹਿੰਦੇ ਆ, ਕਿ ਉਹ ਜਿਹੜਾ ਆ ਗਊ ਦੇ ਗੋਬਰ ਦਾ ਜਿਹੜਾ ਆ ਉਹ ਜਿਹੜਾ ਆ ਪੋਚਾ ਲਗਾਉਂਦੇ ਸੀ। ਇਸ ਦੇ ਬਾਵਜੂਦ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਕਦੇ ਵੀ ਉਹਨਾਂ ਨੂੰ ਆਪਣੇ ਦਰਬਾਰ ਦੇ ਵਿੱਚ ਜਿਹੜਾ ਆ ਆਉਣ ਲਈ ਜਿਹੜਾ ਆ ਮਨਾ ਨਹੀਂ ਕੀਤਾ, ਕਿਉਂਕਿ ਹਰੇਕ ਨੂੰ ਜਿਹੜਾ ਆ ਧਾਰਮਿਕ ਜਿਹੜੀ ਆ ਆਜ਼ਾਦੀ ਦਿੱਤੀ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਦਿੱਤੀ ਹੈ। ਚਾਹੇ ਉਹ ਗੁਰੂ ਨਾਨਕ ਦੇਵ ਜੀ ਦੀਆਂ 10 ਜੋਤਾਂ ਦੀ ਗੱਲ ਕਰ ਲਈਏ, ਕਿਸੇ ਵੀ ਜਿਹੜਾ ਆ ਗੁਰੂ ਪਾਤਸ਼ਾਹ ਨੇ ਜਿਹੜਾ ਆ ਉਹ ਕਿਸੇ ਵੀ ਧਰਮ ਨੂੰ ਦਬਾਉਣ ਦੀ ਗੱਲ ਨਹੀਂ ਕੀਤੀ। ਜੇ ਉਹ ਮੁਸਲਮਾਨ ਹੈ ਤਾਂ ਮੁਸਲਮਾਨ ਦੀ ਗੱਲ ਕੀਤੀ ਆ। ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕਈ ਜਿਹੜੀਆਂ ਇੱਦਾਂ ਦੀਆਂ ਜਿਹੜੀਆਂ ਨੇ ਅਸੀਂ ਪੰਕਤੀਆਂ ਪੜ੍ਹਦੇ ਹਾਂ, ਮੁਸਲਮਾਨ ਮੋਮ ਦਿਲ ਹੋਵੇ ਅੰਤਰ ਕੀ ਦਿਲ ਮਲ ਤੇ ਧੋਵੇ, ਠੀਕ ਹੈ ਨਾ। ਤੇ ਇਸੇ ਤਰ੍ਹਾਂ ਦੀਆਂ ਜਿਹੜੀਆਂ ਕੁਝ ਪੰਕਤੀਆਂ ਜਿਹੜੀਆਂ ਨੇ ਸਾਡੇ ਕੋਲ ਆਉਂਦੀਆਂ ਨੇ। ਕਹਿਣ ਤੋਂ ਭਾਵ ਇਹ ਹੈ ਕਿ ਪਰਮਾਤਮਾ ਅਕਾਲ ਪੁਰਖ ਦਾ ਜੋ ਸੰਦੇਸ਼
ਗੁਰੂ ਸਾਹਿਬਾਂ ਨੇ ਫੋਲੋ ਕੀਤਾ ਆ ਸ਼ਾਇਦ ਹੋਰ ਕਿਸੇ ਨੇ ਨਾ ਫੋਲੋ ਕੀਤਾ ਹੋਵੇ। ਹਰੇਕ ਨੂੰ ਜੀਣ ਦਾ ਇੱਥੇ ਅਧਿਕਾਰ ਹੈ, ਹਰੇਕ ਨੂੰ ਜੀਣ ਦਾ ਹੱਕ ਹੈ, ਚਾਹੇ ਉਹ ਸਾਡੇ ਰੋਮ ਹੋਣ ਤੇ ਚਾਹੇ ਇੱਥੋਂ ਤੱਕ ਇਨਸਾਨ ਦੇ ਜਿਉਣ ਦੀ ਗੱਲ ਹੋਵੇ। ਸੋ ਇਸੇ ਕਰਕੇ ਜਿਹੜਾ ਆ ਸਿੱਖ ਧਰਮ ਜਿਹੜਾ ਆ ਇੰਨਾ ਮਹਾਨ ਮੰਨਿਆ ਜਾਂਦਾ ਆ। ਤੇ ਧੁਰਕੀ ਬਾਣੀ ਆਈ ਤਿੰਨ ਸਗਲੀ ਚਿੰਤੀ ਮਿਟਾਈ, ਜਿਹੜੀ ਅਸੀਂ ਇਹ ਕਹਿ ਸਕਦੇ ਹਾਂ ਕਿ ਜਿਹੜੀ ਅਕਾਲ ਪੁਰਖ ਦੀ ਖੁਦ ਦੀ ਮੁੱਖ ਦੀ ਬਾਣੀ ਆ, ਉਹਨਾਂ ਦਾ ਜਿਹੜਾ ਆ ਇੱਕ ਸਿਧਾਂਤ ਹੈ ਜਿਹੜਾ ਆ ਉਹ ਇਸ ਦੇ ਸੰਸਾਰ ਦੇ ਵਿੱਚ ਜਿਹੜਾ ਆ ਉਹ ਲਾਗੂ ਕੀਤਾ ਆ। ਤੇ ਉਸ ਦੇ ਉੱਤੇ ਜਿਹੜਾ ਆ ਪਹਿਰਾ ਪਹਿਲੋਂ ਆਪ ਦਿੱਤਾ ਆ, ਫਿਰ ਦੂਸਰਿਆਂ ਨੂੰ ਜਿਹੜਾ ਆ ਇਸ ਦੀ ਜਿਹੜੀ ਆ ਕਿਵੇਂ ਜ਼ਿੰਦਗੀ ਦੇ ਵਿੱਚ ਚੱਲਣਾ ਆ, ਕਿਵੇਂ ਜਿਹੜੇ ਉਤਾਰ ਚੜ੍ਹਾਅ ਆਉਂਦੇ ਨੇ, ਜੇ ਅਸੀਂ ਕਾਮ ਕ੍ਰੋਧ 'ਚ ਫਸਦੇ ਹਾਂ ਤਾਂ ਸਾਨੂੰ ਕਿਸ ਤਰ੍ਹਾਂ ਬੇਨਤੀ ਕਰਨੀ ਚਾਹੀਦੀ ਆ, ਜੇ ਅਸੀਂ ਅਹੰਕਾਰ ਲੋਭ ਮੋਹ ਦੇ ਵਿੱਚ ਫਸਦੇ ਹਾਂ ਤਾਂ ਸਾਨੂੰ ਬੇਨਤੀ ਕਿਸ ਤਰ੍ਹਾਂ ਕਰਨੀ ਚਾਹੀਦੀ ਆ, ਜੇ ਅਸੀਂ ਸੰਸਾਰਿਕ ਯਾਤਰਾ ਨੂੰ ਪੂਰਾ ਕਰਕੇ ਪਰਮਾਤਮਾ ਦੀ ਹੋਂਦ ਜਾਂ ਪਰਮਾਤਮਾ ਦੇ ਚਰਨਾਂ ਦੀ ਛੋਹ ਪ੍ਰਾਪਤ ਕਰਨਾ ਚਾਹੁੰਦੇ ਹਾਂ ਤਾਂ ਸਾਨੂੰ ਪਰਮਾਤਮਾ ਦਾ ਜਿਹੜਾ ਚਿੰਤਨ ਉਹ ਕਿਵੇਂ ਕਰਨਾ ਚਾਹੀਦਾ ਆ। ਸੋ ਇਸੇ ਕਰਕੇ ਜਿਹੜਾ ਆ ਇਹੀ ਸੰਦੇਸ਼ ਜਿਹੜਾ ਆ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਧੰਨ ਸਾਹਿਬ ਸ਼੍ਰੀ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਜਿਹੜਾ ਆ ਉਹ ਇੱਕ ਅੰਗ ਤੋਂ ਲੈ ਕੇ 1430 ਅੰਗ ਤੱਕ ਜਿਹੜਾ ਆ ਲਗਾਤਾਰ ਜਿਹੜੇ ਨੇ ਸਾਨੂੰ ਬਿਆਨ ਕਰਦੇ ਨੇ। ਪਰ ਇੱਕ ਗੱਲ ਹੋਰ ਕਹਾਂ ਰੋਹੀ ਜੀ, ਜਿਹੜੀ ਸਾਡੀ ਆ ਇਹ ਮੱਤ ਜਿਹੜੀ ਆ ਹੋਛੀ ਆ, ਹਾਂਜੀ ਠੀਕ ਆ ਨਹੀਂ, ਸਾਡੀ ਮੱਤ ਜਿਹੜੀ ਆ ਇਹ ਮੋਟੀ ਆ। ਸਾਡੀ ਜਿਹੜਾ ਆ ਮਨ ਦੇ ਉੱਤੇ ਜਿਹੜਾ ਆ ਇੱਕ ਇੱਦਾਂ ਦੀ ਮੈਲ ਚਿੰਬੜ ਗਈ ਆ ਕਿ ਸਾਨੂੰ ਜਿਹੜੀ ਆ ਉਹ ਗੱਲਾਂ ਬਿਲਕੁਲ ਸਮਝ ਨਹੀਂ ਆਉਂਦੀਆਂ, ਜਾਂ ਇਹ ਕਹਿ ਸਕਦੇ ਆ ਕਿ ਸਾਡਾ ਜਿਹੜਾ ਮਨ ਰੂਪੀ ਭਾਂਡਾ ਆ ਉਹ ਬਿਲਕੁਲ ਮੁੱਦਾ ਪਿਆ ਹੋਇਆ ਆ, ਤੇ ਅਸੀਂ ਜਿਹੜਾ ਆ ਉਸ ਨੂੰ ਸਿੱਧਾ ਕਰਨ ਦੀ ਕੋਸ਼ਿਸ਼ ਨਹੀਂ ਕਰਦੇ, ਨਾ ਅਸੀਂ ਉਹਨੂੰ ਕਦੀ ਸਾਫ਼ ਕਰਨ ਦੀ ਕੋਸ਼ਿਸ਼ ਕਰਦੇ ਆ। ਸੋ ਇਸੇ ਤਰ੍ਹਾਂ ਦਾ ਜਿਹੜਾ ਆ ਭਾਈ ਨੰਦ ਲਾਲ ਜੀ ਦਾ ਜਿਹੜਾ ਇਤਿਹਾਸ ਸੀਗਾ, ਤੇ ਜਦੋਂ ਉਹ 17 ਸਾਲ ਦੇ ਹੋਏ ਤਾਂ ਉਹਨਾਂ ਦੇ ਮਾਤਾ ਜੀ ਉੱਥੋਂ ਜਿਹੜਾ ਆ ਉਸ ਤੋਂ ਬਾਅਦ ਜਿਹੜਾ ਆ ਉਹਨਾਂ ਦੇ ਪਿਤਾ ਜੀ ਦਾ ਜਿਹੜਾ ਆ ਦੇਹਾਂਤ ਹੋ ਗਿਆ ਜਦੋਂ ਉਹ 17 ਸਾਲ ਦੇ ਸੀ। ਤਾਂ ਪਿਤਾ ਜੀ ਦੀ ਮੌਤ ਤੋਂ ਬਾਅਦ ਭਾਈ ਨੰਦ ਲਾਲ ਜੀ ਪੰਜਾਬ ਮੁੜ ਆਏ ਤੇ ਮੁਲਤਾਨ ਵਿੱਚ ਰਹਿਣ ਲੱਗੇ। ਭਾਈ ਸਾਹਿਬ ਦੀ ਵਿਦਵਤਾ ਅਤੇ ਯੋਗਤਾ ਦੀ ਖਬਰ ਗਲੀ ਕੂਚੇ ਹੁੰਦੀ ਹੋਈ ਜਦੋਂ ਮੁਲਤਾਨ ਦੇ ਹਾਕਮ ਤੱਕ ਪਹੁੰਚੀ, ਤਦ ਮੁਲਤਾਨ ਦੇ ਹਾਕਮ ਨੇ ਖੁਦ ਭਾਈ ਸਾਹਿਬ ਨੂੰ ਆਪਣੇ ਦਰਬਾਰ ਵਿੱਚ ਬੁਲਾ ਕੇ ਆਪਣੇ ਮੀਰ ਮੁਨਸ਼ੀ ਦੀਵਾਨ ਦੀ ਪਦਵੀ ਤੇ ਮੁਕਰਰ ਕਰ ਦਿੱਤਾ, ਜੋ ਭਾਈ ਸਾਹਿਬ ਨੇ ਪੂਰੀ ਇਮਾਨਦਾਰੀ ਤੇ ਯੋਗਤਾ ਨਾਲ ਪੂਰੇ 6 ਸਾਲ ਤੱਕ ਜਿਹੜੀ ਆ ਉਹ ਨਿਭਾਈ ਸੀ। ਹਾਂਜੀ, ਤੇ ਕੁਝ ਸਮਾਂ ਪਾ ਕੇ ਭਾਈ ਨੰਦ ਲਾਲ ਆਗਰਾ ਚਲੇ ਗਏ, ਜਿੱਥੇ ਆਪ ਔਰੰਗਜ਼ੇਬ ਦੇ ਵੱਡੇ ਸਾਹਿਬਜ਼ਾਦੇ ਮੁਅੱਜ਼ਮ ਦੇ ਮੀਰ ਮੁਨਸ਼ੀ ਨਿਯੁਕਤ ਹੋ ਗਏ, ਜਿਵੇਂ ਕਿ ਅਸੀਂ ਪਹਿਲਾਂ ਵੀ ਕਹਿ ਚੁੱਕੇ ਹਾਂ। ਜੀ ਬਿਲਕੁਲ ਜੀ, ਸਾਹਿਬਜ਼ਾਦਾ ਮੁਅੱਜ਼ਮ ਆਪ ਦੇ ਦੈਵੀ ਗੁਣਾਂ ਤੇ ਵਿਦਵਤਾ ਦਾ ਮੁਰੀਦ ਹੋ ਗਿਆ। ਅਖੀਰ ਇਹ ਗੁਣ ਸ਼ੋਭਾ ਹੀ ਉਹਨਾਂ ਨੂੰ ਜਿਹੜੀ ਆ ਵੱਡੀ ਮੁਸੀਬਤ ਜਿਹੜੀ ਆ ਉਹਨਾਂ ਦੇ ਜਿਹੜਾ ਆ ਉਹ ਕਾਰਨ ਬਣੀ ਸੀ, ਜਿਸ ਦੇ ਕਰਕੇ ਉਹਨਾਂ ਨੂੰ ਰਾਤੋਂ ਰਾਤ ਜਿਹੜਾ ਆ ਨੱਸ ਕੇ ਜਾਂ ਲੁਕ ਕੇ ਜਾਂ ਮਤਲਬ ਬਿਨਾਂ ਦੱਸੇ ਜਿਹੜਾ ਆ ਅਨੰਦਪੁਰ ਸਾਹਿਬ ਜਿਹੜਾ ਆ ਉਹ ਆਉਣਾ ਪਿਆ ਸੀਗਾ। ਜੀ, ਤੇ ਭਾਈ ਨੰਦ ਲਾਲ ਜੀ ਨੇ ਗੋਇਆ ਦੇ ਤਖੱਲਸ ਨਾਲ 12 ਸਾਲ ਦੀ ਉਮਰ ਵਿੱਚ ਹੀ ਫਾਰਸੀ ਕਵਿਤਾ ਲਿਖਣਾ ਸ਼ੁਰੂ ਕਰ ਦਿੱਤਾ ਸੀ, ਤੇ ਨੰਦ ਲਾਲ ਗੁਰੂ ਸਾਹਿਬ ਦੇ ਦਰਬਾਰ ਦੇ 52 ਕਵੀਆਂ ਵਿੱਚੋਂ ਇੱਕ ਸਨ, ਜਿਵੇਂ ਕਿ ਤੁਸੀਂ ਪਹਿਲਾਂ ਕਹਿ ਚੁੱਕੇ ਹੋ। ਤੇ ਕਵਿਤਾ ਰਾਹੀਂ ਸਿੱਖ ਧਰਮ ਨੂੰ ਪੇਸ਼ ਕਰਕੇ ਗੁਰੂ ਸਾਹਿਬ ਨੇ ਗੋਆ ਦੇ ਬੰਦਗੀ ਨਾਮਾ ਨੂੰ ਜ਼ਿੰਦਗੀ ਨਾਮਾ ਦਾ ਨਾਮ ਦਿੱਤਾ, ਤੇ ਇਹਨਾਂ ਦਾ ਵਿਆਹ ਇੱਕ ਸ਼ਰਧਾਲੂ ਸਿੱਖ ਘਰਾਣੇ ਵਿੱਚ ਹੋਇਆ, ਜਿਸ ਤੋਂ ਪ੍ਰੇਰਿਤ ਹੋ ਕੇ ਆਪ ਸਿਰਫ ਸਿੱਖ ਧਰਮ ਦੇ ਸ਼ਰਧਾਲੂ ਹੀ ਨਹੀਂ ਬਲਕਿ ਪੂਰੇ ਤੌਰ ਤੇ ਗੁਰਮਤ ਦੇ ਕਾਇਲ ਵੀ ਹੋ ਗਏ ਸੀ। ਆਪ ਦੇ ਘਰ 2 ਪੁੱਤਰਾਂ ਨੇ ਜਨਮ ਲਿਆ, ਜਿਨ੍ਹਾਂ ਦੇ ਨਾਂ ਲਖਪਤ ਰਾਏ ਤੇ ਲੀਲਾ ਰਾਮ ਰੱਖੇ ਗਏ। ਜੀ ਬਿਲਕੁਲ ਜੀ, ਇਹਨਾਂ ਦੀਆਂ ਕੁੱਲ ਰਚਨਾਵਾਂ ਦੀ ਜੇ ਅਸੀਂ ਗੱਲ ਕਰੀਏ ਤਾਂ ਉਹ ਜਿਹੜੀਆਂ ਕੁੱਲ ਰਚਨਾਵਾਂ ਜਿਹੜੀਆਂ ਨੇ ਉਹ ਨੇ ਤਨਖਾਹਨਾਮਾ, ਰਹਿਤਨਾਮਾ ਜਿਹੜੀਆਂ ਨੇ ਉਪਲਬਧ ਨੇ, ਦੀਵਾਨ ਗੋਇਆ ਫਾਰਸੀ, ਜ਼ਿੰਦਗੀ ਨਾਮਾ ਫਾਰਸੀ 'ਚ ਹੈ, ਜੋਤ ਵਿਕਾਸ ਫਾਰਸੀ 'ਚ, ਜੋਤ ਜਿਹੜਾ ਆ ਕਾਫੀ ਵਧੀਆ ਜਿਹੜਾ ਆ ਹਿੰਦੀ ਵਿੱਚ ਵੀ ਹੈ ਜੋਤ ਵਿਕਾਸ। ਬਿਲਕੁਲ ਜੀ ਬਿਲਕੁਲ, ਉਹ ਹਿੰਦੀ ਦੇ ਵਿੱਚ ਵੀ ਆ, ਤੇ ਜਿਹੜਾ ਆ ਗੱਜਨਾਮਾ ਵੀ ਆ, ਤੇ ਤੋਸੀਫ ਓ ਸਿਨਾ ਇਹ ਵੀ ਫਾਰਸੀ 'ਚ ਹੈ, ਅਰਜ਼ੁਲ ਅਲਫਾਜ਼ ਜਿਹੜਾ ਆ ਇਹ ਵੀ ਆ, ਦਸਤੂਰ ਇਨਸਾ ਤੇ ਖਾਤਿਮਾ ਜਿਹੜਾ ਆ ਇਹ ਵੀ ਫਾਰਸੀ ਦੇ ਵਿੱਚ ਹੈ। ਜੀ, ਤੇ ਜਿਸ ਤਰ੍ਹਾਂ ਗੁਰਮਤਿ ਦੀ ਸੋਝੀ ਲਈ ਗੁਰੂ ਗ੍ਰੰਥ ਸਾਹਿਬ ਪੜ੍ਹਨਾ ਜ਼ਰੂਰੀ ਹੈ, ਇਸੇ ਤਰ੍ਹਾਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਤੇ ਨੰਦ ਲਾਲ ਗੋਇਆ ਦੀਆਂ ਰਚਨਾਵਾਂ ਪੜ੍ਹਨੀਆਂ ਜ਼ਰੂਰੀਆਂ ਹਨ, ਕਿਉਂਕਿ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਸੰਗਤ ਦਾ ਰਸ ਮਾਣਿਆ ਹੈ, ਜਿਸ ਦਾ ਪ੍ਰਭਾਵ ਤੇ ਗੁਰੂ ਸਾਹਿਬ ਦੀ ਸੰਗਤ ਦਾ ਅਸਰ ਪ੍ਰਤੱਖ ਉਹਨਾਂ ਦੀਆਂ ਰਚਨਾਵਾਂ ਵਿੱਚ ਦਿਸਦਾ ਹੈ। ਉਹਨਾਂ ਦੀਆਂ ਰਚਨਾਵਾਂ ਗੁਰਮਤਿ ਸਿਧਾਂਤਾਂ ਨਾਲ ਪੂਰੀ ਤਰ੍ਹਾਂ ਮੇਲ ਖਾਂਦੀਆਂ ਹਨ। ਵਾਹਿਗੁਰੂ ਵਿੱਚ ਵਿਸ਼ਵਾਸ ਤੇ ਉਸ ਦਾ ਸਿਮਰਨ ਨੂੰ ਈਮਾਨ ਦੀ ਵੱਡੀ ਪੂੰਜੀ ਤੇ ਜੀਵਨ ਆਧਾਰ ਕਿਹਾ ਹੈ। ਸਾਧ ਦੀ ਸੰਗਤ ਵਿੱਚ ਬੈਠ ਕੇ ਰੱਬ ਦੀ ਬੰਦਗੀ ਕਰਨੀ, ਚਾਹੇ ਉਹ ਕਿਤੇ ਵੀ ਕਿਸੇ ਵੀ ਥਾਂ ਤੇ ਹੋਵੇ, ਉੱਤਮ ਮੰਨਿਆ ਹੈ, ਤੇ ਇਸ ਨੂੰ ਕਿਸੇ ਬੁੱਤਖਾਨੇ ਜਾਂ ਕੁਆਬੇ ਵਿੱਚ ਸੀਮਿਤ ਨਹੀਂ ਰੱਖਿਆ। ਚਾਹੇ ਉਹਨਾਂ ਦੀਆਂ ਲਿਖਤਾਂ ਵਿੱਚ ਇਸਲਾਮੀ ਵਿਦਿਆ ਦਾ ਡੂੰਘਾ ਅਸਰ ਹੈ, ਪਰ ਕਿਤੇ ਵੀ ਉਹ ਗੁਰਮਤਿ ਸਿਧਾਂਤਾਂ ਤੋਂ ਪਾਸੇ ਨਹੀਂ ਹਟੇ ਤੇ ਬੜੀ ਬਖੂਬੀ ਨਾਲ ਚਿਤਰਨ ਕੀਤਾ ਹੈ। ਉਮਰ ਦੀ ਆਖਰੀ ਅਵਸਥਾ ਵਿੱਚ ਭਾਈ ਨੰਦ ਲਾਲ ਨੂੰ, ਜੋ ਉਮਰ ਵਿੱਚ ਦਸਮ ਪਾਤਸ਼ਾਹ ਹਜ਼ੂਰ ਨਾਲੋਂ 33 ਸਾਲ ਵੱਡੇ ਸਨ,
ਗੁਰੂ ਗੋਬਿੰਦ ਸਿੰਘ ਜੀ ਨੇ ਸ਼੍ਰੀ ਅਨੰਦਪੁਰ ਸਾਹਿਬ ਦੀ ਆਖਰੀ ਜੰਗ ਤੋਂ ਪਹਿਲਾਂ ਸਾਰੀ ਸਥਿਤੀ ਦੀ ਨਾਜ਼ੁਕਤਾ ਵਿਚਾਰਦਿਆਂ ਹੋਇਆ ਭਾਈ ਸਾਹਿਬ ਨੂੰ ਮੁਲਤਾਨ ਭੇਜ ਦਿੱਤਾ। ਇੱਥੇ ਹੀ ਆਪ ਆਖਰ 80 ਸਾਲ ਦੀ ਉਮਰ ਭੋਗ ਕੇ ਸਨ 1713 ਵਿੱਚ ਗੁਰੂ ਜੀ ਦੇ ਗੋਦ ਵਿੱਚ ਜਾ ਬਿਰਾਜੇ। ਭਾਈ ਸਾਹਿਬ ਦੀ ਮਹਾਨ ਸ਼ਖਸੀਅਤ ਤੇ ਇਕਬਾਲ ਦਾ ਇਹ ਸ਼ੇਅਰ ਇਨ ਬਿਨ ਉਹਨਾਂ ਤੇ ਟੁਕਦਾ ਹੈ। बिल्कुल जी। होता है तो कहो दस्त में पैदा कभी कभी, वो मर्द जिसका फ़क्र करे खफज को नगी। ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੰਨੀਆਂ ਗੱਲਾਂ ਕਹਿ ਕੇ ਆਨੰਦ ਲਾਲ ਜੀ ਨੇ ਜਿਹੜਾ ਆ ਇਸ ਸੰਸਾਰਿਕ ਯਾਤਰਾ ਤੋਂ ਜਿਹੜਾ ਆ ਅਲਵਿਦਾ ਕਹਿ ਦਿੱਤਾ। ਜੀ ਤੇ ਮੈਨੂੰ ਵੀ ਲੱਗਦਾ ਹੈ ਕਿ ਰੂਹੀ ਜੀ ਜਿਹੜਾ ਆ ਸਾਡੇ ਇਸ ਇਤਿਹਾਸ ਦੇ ਸਮੇਂ ਦਾ ਜਿਹੜਾ ਆ ਸਮਾਂ ਲਗਾਤਾਰ ਪੂਰਾ ਹੁੰਦਾ ਜਾ ਰਿਹਾ ਹੈ। ਹਾਂਜੀ। ਮਨ ਨਹੀਂ ਸੀ ਕਰ ਰਿਹਾ ਰੂਹੀ ਜੀ ਕਿ ਜਿਹੜਾ ਆ ਅਸੀਂ ਇਸ ਗੱਲਾਂ ਨੂੰ, ਇਸ ਵਿਚਾਰਾਂ ਨੂੰ, ਗੁਰੂ ਦੀ ਗੱਲ ਨੂੰ, ਜਾਂ ਅਸੀਂ ਇਹ ਕਹਿ ਸਕਦੇ ਗੁਰੂ ਦੇ ਜਿਹੜਾ ਆ ਅਪਾਰ ਕਿਰਪਾ ਨੂੰ ਜਾਂ ਗੁਰੂ ਵੱਲੋਂ ਦਿੱਤੀਆਂ ਦਾਤਾਂ ਨੂੰ ਜਿਹੜਾ ਆ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਜਦੋਂ ਵਿਚਾਰਦੇ ਹੁੰਦੇ ਆ ਤਾਂ ਮਨ ਵੀ ਸਾਡੇ ਜਿਹੜੇ ਆ ਉਹ ਗਦ-ਗਦ ਹੋ ਜਾਂਦੇ ਆ। ਉਹ ਇਹ ਚਾਹੁੰਦਾ ਕਿ ਕਦੇ ਵੀ ਕਿਸੇ ਤਰ੍ਹਾਂ ਦੀ ਰੋਕ ਨਾ ਲੱਗੇ ਉੱਤੇ, ਉਹ ਚੱਲਦੀ ਬਿਲਕੁਲ ਹੋਵੇ ਜੀ, ਗੱਲਾਂ। ਬਿਲਕੁਲ ਜੀ, ਮਨ ਗਦ-ਗਦ ਹੋ ਜਾਂਦਾ ਆ। ਤੇ ਜਿਨ੍ਹਾਂ ਨੇ ਗੁਰੂ ਸਾਹਿਬ ਦੀ ਜਿਹੜੀ ਆ ਸੰਗਤ ਕੀਤੀ ਆ, ਗੁਰੂ ਸਾਹਿਬ ਦੇ ਜਿਹੜਾ ਆ ਲੰਗਰਾਂ ਦੇ ਵਿੱਚ ਸੇਵਾ ਕੀਤੀ ਆ, ਜਾਂ ਗੁਰੂ ਸਾਹਿਬ ਦੇ ਹੁਕਮ ਨੂੰ ਜਿਹੜਾ ਆ ਕਿਹਾ ਕਿ ਤੇਰਾ ਭਾਣਾ ਮਿੱਠਾ ਲਾਗੇ, ਤੇ ਜਿਹੜਾ ਆ ਛਾਤੀ 'ਚ ਇੱਕ ਨਹੀਂ ਜਿਹੜਾ ਆ 400 ਤੀਰ ਖਾਦੇ ਹੋਣ, ਜਾਂ ਮਤਲਬ ਗੁਰੂ ਸਾਹਿਬ ਨੇ ਥਾਪੜਾ ਦਿੱਤਾ ਹੋਵੇ ਕਿ ਜਿਹੜਾ ਆ ਬਿਧੀ ਚੰਦ ਛੀਨਾ ਗੁਰੂ ਕਾ ਸੀਨਾ, ਤਾਂ ਉਹਨਾਂ ਨੂੰ ਮਤਲਬ ਕਿਸ ਤਰ੍ਹਾਂ ਦਾ ਜਿਹੜਾ ਆ ਮਾਣ ਮਹਿਸੂਸ ਹੁੰਦਾ ਹੋਏਗਾ। ਮੈਨੂੰ ਲੱਗਦਾ ਹੈ ਕਿ ਅੱਜ ਅਸੀਂ ਆਪਣੇ ਦੁਨਿਆਵੀ ਝਮੇਲਿਆਂ ਦੇ ਵਿੱਚ ਫਸ ਕੇ ਜਾਂ ਅਸੀਂ ਦੁਨਿਆਵੀ ਮੋਹ ਮਾਇਆ ਦੇ ਵਿੱਚ ਫਸ ਕੇ ਜਿਹੜਾ ਆ ਅਸੀਂ ਉਸ ਪਰਮਾਤਮਾ ਅਕਾਲ ਪੁਰਖ ਨੂੰ ਜਿਹੜਾ ਆ ਲਗਾਤਾਰ ਜਿਹੜਾ ਆ ਭੁੱਲਦੇ ਜਾ ਰਹੇ ਆ। ਜੀ ਬਿਲਕੁਲ ਜੀ। ਅਸੀਂ ਦਾਤਾਂ ਜਿਹੜੀਆਂ ਹੈ ਉਹਨਾਂ ਨੂੰ ਅਸੀਂ ਪਿਆਰਾ ਸਮਝ ਲਿਆ ਆ, ਪਿਆਰ ਸਮਝ ਲਿਆ ਆ, ਤੇ ਜਦੋਂ ਨਾਮ ਦੀ ਵਾਰੀ ਆਉਂਦੀ ਆ ਤਾਂ ਉਦੋਂ ਜਿਹੜਾ ਆ ਸਾਨੂੰ ਜਿਹੜੀ ਆ ਇੱਕ ਤਰ੍ਹਾਂ ਦੀ ਮੌਤ ਦਿਖਾਈ ਦਿੰਦੀ ਆ। ਜੀ ਜਿਉਂ ਜਿਹੜਾ ਆ ਤਾਰੇ ਛਿਪਦੇ ਜਾਂਦੇ ਆ ਤਿਉਂ ਜਿਹੜੀ ਆ ਨੀਂਦ ਗੂੜੀ ਹੁੰਦੀ ਜਾਂਦੀ ਆ। ਅੱਜ ਸਾਨੂੰ ਜਿਹੜਾ ਆ ਅੰਮ੍ਰਿਤ ਵੇਲਾ ਸਾਂਭਣ ਦੀ ਜਿਹੜੀ ਆ ਲੋੜ ਹੈ। ਰੂਹੀ ਜੀ, ਮੈਂ ਇਹ ਨਹੀਂ ਕਹਿੰਦਾ ਕਿ ਜੇ ਮੈਂ ਇਸ ਪ੍ਰੋਗਰਾਮ ਦੇ ਵਿੱਚ ਬੈਠਾ ਆ ਤੇ ਮੈਂ ਹੀ ਜਿਹੜਾ ਆ ਸਭ ਨੂੰ ਹੁਕਮ ਕਰਦਾ ਆ। ਜੀ ਮੇਰੇ ਤੇ ਵੀ ਉਨਾ ਹੀ ਉਹ ਲਾਅ, ਉਹਨਾਂ ਕਾਨੂੰਨ, ਉਹਨਾਂ ਸਿਧਾਂਤ ਜਿਹੜਾ ਆ ਉਹ ਲਾਗੂ ਹੁੰਦਾ ਆ ਜਿੰਨਾ ਇੱਥੇ ਬਹਿ ਕੇ ਜਿਹੜਾ ਆ ਮੈਂ ਸਾਰੀ ਸੰਗਤ ਨੂੰ ਜਿਹੜਾ ਆ ਇਹ ਜਾਗਰੂਕ ਕਰਨ ਜਾ ਰਿਹਾ। ਹਾਂ, ਹੋ ਸਕਦਾ ਆ ਕਿ ਇੱਕ ਜਾਗਦੇ ਰਹੋ ਵਾਲਾ ਜਿਹੜਾ ਆ ਸੰਦੇਸ਼ ਆ ਮੈਂ ਇਸ ਪ੍ਰੋਗਰਾਮ ਰਾਹੀਂ ਜਿਹੜਾ ਆ ਪੂਰੇ ਦਰਸ਼ਕਾਂ ਦੇ ਨਾਲ, ਪੂਰੇ ਜਿਹੜਾ ਆ ਇਸ ਮਲਟੀਮੀਡੀਆ ਯੁੱਗ ਦੇ ਨਾਲ ਜਾਂ ਇਸ ਲਾਈਵ ਪ੍ਰੋਗਰਾਮ ਦੇ ਨਾਲ ਜਿਹੜੇ ਜੁੜੇ ਨੇ ਉਹਨਾਂ ਤੱਕ ਜਿਹੜਾ ਪਹੁੰਚਾ ਰਿਹਾ ਆ। ਪਰ ਮੈਂ ਇਹ ਕੋਸ਼ਿਸ਼ ਕਰੂੰਗਾ ਪਰਮਾਤਮਾ ਅੱਗੇ ਦੋਨੋਂ ਹੱਥ ਜੋੜ ਕੇ ਕਿ ਜਿਹੜਾ ਇਹ ਸੰਦੇਸ਼ ਦਾ ਮੈਂ ਪੂਰੀ ਦੁਨੀਆ ਦੇ ਵਿੱਚ ਪਹੁੰਚਾ ਦਿੱਤਾ ਆ, ਇਹ ਸੰਦੇਸ਼ ਪਰਮਾਤਮਾ ਕਿਰਪਾ ਕਰੇ, ਪਰਮਾਤਮਾ ਆਪਣੀ ਜਿਹੜਾ ਆ ਮਿਹਰਾ ਭਰਿਆ ਹੱਥ ਸਿਰ ਤੇ ਰੱਖ ਕੇ ਜਿਹੜਾ ਆ ਮੇਰੇ ਮਨ ਦੇ ਅੰਦਰ ਭਾਂਡੇ ਦੇ ਵਿੱਚ ਵੀ ਪਾ ਦੇਵੇ, ਤਾਂ ਕਿ ਜਿਹੜਾ ਆ ਮੈਂ ਵੀ ਪਰਮਾਤਮਾ ਦਾ ਨਾਮ ਜਪ ਸਕਾਂ, ਪਰਮਾਤਮਾ ਦੇ ਦਿੱਤਾ ਹੋਇਆ ਅੰਮ੍ਰਿਤ ਵੇਲਾ ਸਾਂਭ ਸਕਾਂ, ਤੇ ਪੂਰੀ ਜਿਹੜੀ ਆ ਉਹ ਕਾਇਨਾਤ ਦਾ ਜਿਹੜਾ ਆ ਸ਼ੁਕਰਾਨਾ ਕਰ ਸਕਾਂ, ਜਿਸ ਤਰ੍ਹਾਂ ਜਿਹੜੇ ਆ ਪੂਰੀ ਕਾਇਨਾਤ ਪਰਮਾਤਮਾ ਦਾ ਜਿਹੜਾ ਆ ਸ਼ੁਕਰਾਨਾ ਕਰਦੀ ਹੈ। ਨਾਲੇ ਇਹ ਵੀ ਗਗਨਦੀਪ ਜੀ ਤੁਹਾਨੂੰ ਕਹਿਣਾ ਚਾਹੂੰਗੀ ਕਿ ਜੇ ਅਸੀਂ ਘੰਟਿਆਂ ਬੱਧੀ ਅਸੀਂ ਮੋਬਾਈਲ ਤੇ ਲੱਗੇ ਰਹਿੰਦੇ ਆ ਤਾਂ ਸਾਨੂੰ ਟਾਈਮ ਦਾ ਨਹੀਂ ਪਤਾ ਲੱਗਦਾ, ਲੇਕਿਨ ਅਗਰ ਅੱਧਾ ਘੰਟਾ ਵੀ ਰੱਬ ਦਾ ਨਾਮ ਲੈਣਾ ਪਵੇ ਨਾ ਤਾਂ ਐਂ ਲੱਗਦਾ ਕਿ ਜਿਵੇਂ ਮੌਤ ਆ ਰਹੀ ਹੈ। ਮਤਲਬ ਅਸੀਂ ਇੰਨੇ ਕੋ ਅਸੀਂ ਹੋ ਨਾ ਸ਼ੁਕਰ ਅਸੀਂ ਹੋ ਚੁੱਕੇ ਹਾਂ ਇਸ ਵੇਲੇ ਨਾ। ਬਿਲਕੁਲ ਜੀ। ਤੇ ਰੂਹ ਜੀ, ਹੁਣ ਵੇਲਾ ਹੋ ਰਿਹਾ ਛੋਟੇ ਜਿਹੇ ਅੰਤਰਾਲ ਦਾ। ਅੰਤਰਾਲ ਤੋਂ ਵਧਦੇ ਹਾਂ ਅਗਲੇ ਪ੍ਰੋਗਰਾਮ ਵੱਲ। ਜੀ। ਛੋਟੇ ਜਿਹੇ ਅੰਤਰਾਲ ਤੋਂ ਬਾਅਦ ਫਿਰ ਤੋਂ ਤੁਹਾਡਾ ਸਵਾਗਤ ਹੈ। ਤੇ ਹੁਣ ਅਸੀਂ ਜਿਹੜੀ ਆ ਗੱਲਬਾਤ ਅੱਗੇ ਵਧਾਵਾਂਗੇ। ਤੇ ਹੁਣ ਸਾਡੇ ਨਾਲ ਇੱਥੇ ਪ੍ਰੋਗਰਾਮ ਦੇ ਵਿੱਚ ਜਿਹੜੇ ਸਾਡੇ ਨਾਲ ਨੇ ਉਹ ਬਲਵੀਰ ਸਿੰਘ ਜੀ ਜੰਡੂ, ਸੀਨੀਅਰ ਪੱਤਰਕਾਰ ਸਾਡੇ ਨਾਲ ਹਾਜ਼ਰ ਨੇ। ਤੇ ਹੁਣ ਜਿਹੜਾ ਸਾਡਾ ਅਗਲਾ ਪ੍ਰੋਗਰਾਮ ਹੈ ਉਹ ਰਹੇਗਾ ਕਿ ਪੰਜਾਬ ਦੀ ਜੋ ਮੌਜੂਦਾ ਹਾਲਤ ਹੈ, ਪੰਜਾਬ ਦੀ ਜੋ ਸਥਿਤੀ ਹੈ, ਇੱਕ ਵੱਡੇ ਫਤਵੇ ਦੇ ਨਾਲ ਜਿਹੜਾ ਆਮ ਆਦਮੀ ਪਾਰਟੀ ਨੂੰ ਜਿਹੜਾ ਪੰਜਾਬ ਦੇ ਵਿੱਚ ਲਿਆਂਦਾ ਗਿਆ ਸੀਗਾ, ਉਸ ਦੇ ਜਿਹੜੇ ਆ ਵਾਅਦੇ ਕੀਤੇ ਗਏ ਉਹ ਕਿਵੇਂ ਪੂਰੇ ਕਰੇਗੀ, ਜਾਂ ਕਿਸ ਤਰ੍ਹਾਂ ਦੇ ਕਈ ਸਵਾਲ ਜਿਹੜੇ ਸਾਡੇ ਮਨਾਂ ਦੇ ਵਿੱਚ ਹੈ। ਅੱਜ ਅਸੀਂ ਜਿਹੜਾ ਆ ਜੰਡੂ ਸਾਹਿਬ ਨੂੰ ਅਸੀਂ ਪੁੱਛਾਂਗੇ ਤੇ ਉਹਨਾਂ ਦੇ ਜਿਹੜੇ ਸਵਾਲਾਂ ਦੇ ਜਵਾਬ ਵੀ ਲਵਾਂਗੇ। ਤੇ ਮੈਂ ਸਵਾਗਤ ਕਰਦਾ ਹਾਂ ਜੰਡੂ ਸਾਹਿਬ ਜੀ ਦਾ ਤੇ ਸਾਡੇ ਦਰਸ਼ਕਾਂ ਤੇ ਰੂਬਰੂ ਕਰਾਉਣਾ। ਹਾਂਜੀ, ਧੰਨਵਾਦ। ਤੇ ਅਸੀਂ ਜੇ ਗੱਲ ਕਰੀਏ, ਹਾਂਜੀ, ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ ਜੀ। ਗਗਨਦੀਪ ਸਿੰਘ ਜੀ, ਤੁਹਾਨੂੰ ਤੇ ਬੀਬਾ ਗਰੋਵਰ ਜੀ ਨੂੰ, ਤੁਹਾਡੇ ਸਟਾਫ ਨੂੰ, ਤੁਹਾਡੇ ਦਰਸ਼ਕਾਂ ਨੂੰ ਗੁਰਦੇਵ ਸਿੰਘ ਭੁੱਗਲ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਦੇਵ ਸਿੰਘ ਜੀ ਸਾਡੇ ਨਾਲ ਇਸ ਸਮੇਂ ਜਿਹੜੇ ਨੇ ਜੰਡੂ ਸਾਹਿਬ ਨੇ, ਸੀਨੀਅਰ ਪੱਤਰਕਾਰ ਹਾਜ਼ਰ ਨੇ, ਤੇ ਪੰਜਾਬ ਦੇ ਮਸਲੇ 'ਚ ਅਗਰ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਹੋਇਆ ਤੁਸੀਂ ਉਹ ਵੀ ਲੈ ਸਕਦੇ ਹੋ ਜੀ। ਗਗਨਦੀਪ ਸਿੰਘ ਜੀ, ਅਸੀਂ ਤੇ ਬਸ ਹਾਜ਼ਰੀ ਲਾਉਣ ਵਾਸਤੇ ਹਾਜ਼ਰ ਹੋ ਗਏ ਹਾਂ। ਠੀਕ ਹੈ ਜੀ, ਠੀਕ ਹੈ ਜੀ।
ਜੀ ਤੁਸੀਂ ਗੱਲ ਕੀਤੀ ਸੀ ਅੱਜ ਵੀ ਬੰਦਾ ਬੰਦੇ ਦਾ ਦਾਰੂ ਆ। ਹਾਂਜੀ ਹਾਂਜੀ ਤੁਸੀਂ ਸ਼ੁਰੂ 'ਚ ਗੱਲ ਕੀਤੀ ਸੀ, ਬਿਲਕੁਲ ਠੀਕ ਵਾ, ਬੰਦਾ ਬੰਦੇ ਦਾ ਦਾਰੂ ਹੈ। ਹਾਂਜੀ ਬਿਲਕੁਲ ਹੈ, ਹਾਂਜੀ। ਪਰ ਬੰਦੇ ਦਾ ਦੁਸ਼ਮਣ ਵੀ ਬੰਦਾ ਹੀ ਹੈ। ਬਿਲਕੁਲ ਜੀ ਬਿਲकुल। ਜਿੰਨਾ ਨੁਕਸਾਨ ਬੰਦਾ ਬੰਦੇ ਦਾ ਕਰਦਾ, ਹੋਰ ਸ਼ਾਇਦ ਕੋਈ ਨਹੀਂ ਕਰਦਾ। ਬਿਲਕੁਲ ਜੀ ਬਿਲकुल ਜੀ। ਠੀਕ ਹੈ ਜੀ ਠੀਕ ਭੋਗਲ ਸਾਹਿਬ ਜੀ, good morning ਜੀ, ਤੁਹਾਨੂੰ ਹਾਂਜੀ ਸਨੇਮਰ ਬੇਨਤੀ ਕਰਾਂਗਾ ਕਿ ਜਿਹੜਾ ਸਾਡੇ ਕੋਲ ਸਮਾਂ ਬਿਲਕੁਲ ਸੀਮਤ ਹੈ ਜੀ, ਤੇ ਜਿਹੜਾ ਆ ਆਪਾਂ ਸੀਮਤ ਸਮੇਂ ਦੇ ਵਿੱਚ ਰਹਿ ਕੇ ਜਿਹੜਾ ਪ੍ਰੋਗਰਾਮ ਨੂੰ ਖਤਮ ਕਰਨਾ ਜੀ। ਤੇ ਇਸ ਲਈ ਅੱਜ ਕੋਈ ਨਹੀਂ ਜਿਹੜੀ ਜੀ, ਹੁਣ ਤੁਸੀਂ ਕਹਿੰਦੇ ਹੁੰਦੇ ਆ ਪਰ ਲਾ ਕੇ ਉੱਡ ਜਾਂਦਾ ਤੇ ਗੱਲ ਵੀ ਨਹੀਂ ਪੂਰੀ ਹੁੰਦੀ ਫਿਰ। ਬਿਲਕੁਲ ਜੀ ਤੇ ਬਿਲकुल। ਫਿਰ ਤੇ ਚਲੋ ਹਾਜ਼ਰੀ ਭਰਨ ਦਾ ਫਾਇਦਾ ਵੀ ਕੋਈ ਨਹੀਂ ਹੈ। ਬਿਲਕੁਲ ਬਿਲकुल ਜੀ, ਕਿਉਂਕਿ ਅੱਜ ਹੈ ਸਾਡੇ ਨਾ ਕੋਲ ਜੀ। ਮੈਂ ਤੇ ਸਿਰਫ ਇਹ ਗੱਲ ਕਰਨੀ ਸੀ, ਤੁਸੀਂ ਬੰਦੇ ਦੀ ਗੱਲ ਕੀਤੀ ਸੀ ਕਿ ਬੰਦੇ ਦਾ ਦਾਰੂ ਬੰਦਾ ਆ, ਪਰ ਬੰਦੇ ਦਾ ਨੁਕਸਾਨ ਵੀ ਬੰਦਾ ਹੀ ਕਰਦਾ ਆ। ਬਿਲਕੁਲ ਜੀ ਸਭ ਤੋਂ ਨੁਕਸਾਨ ਬੰਦੇ ਦਾ ਇਸ ਕਰਕੇ ਕਰਦਾ, ਹਉਮੈ ਦਾ ਰੋਗ ਹੀ ਹੁੰਦਾ। ਬਿਲਕੁਲ ਜੀ, ਕਿਉਂਕਿ ਹਉਮੈ ਜਿਹੜਾ ਹੈ ਇਹ ਜਿਹੜਾ ਰੋਗ ਹੈ ਸਭ ਤੋਂ ਵੱਡਾ ਰੋਗ ਹੈ। ਹਉਮੈ ਵੱਡਾ ਰੋਗ ਹੈ, ਹਉਮੈ ਵੱਡਾ ਰੋਗ ਹੈ, ਮਰ ਜੰਮੇ ਆਵੇ ਜਾਏ। ਬਿਲਕੁਲ ਜੀ, ਇਹ ਰੋਗ ਬਹੁਤ ਵੱਡਾ ਆ, ਸਾਰੇ ਰੋਗਾਂ ਤੋਂ ਸਭ ਤੋਂ ਵੱਡਾ ਰੋਗ ਹਉਮੈ ਦਾ ਆ। ਪਰ ਗੁਰੂ ਨਾਨਕ ਪਾਤਸ਼ਾਹ ਨੇ ਸਿਰਫ ਕਹਿ ਨਹੀਂ ਦਿੱਤਾ ਵੀ ਸਾਰੇ ਰੋਗਾਂ ਦਾ ਰੋਗ ਇਹ ਹਉਮੈ ਆ, ਪਰ ਨਾਲ ਉਹਦਾ ਇਲਾਜ ਵੀ ਦੱਸਿਆ ਵੀ ਸੱਚ ਸਭਨਾ ਹੋਏ ਦਾਰੂ ਪਾਪ ਕੱਢੇ ਧੋਏ। ਬਿਲਕੁਲ ਜੀ ਬਿਲकुल। ਜੇ ਇਹਨਾਂ ਕੋਲੋਂ ਛੁਟਕਾਰਾ ਪਾਉਣਾ ਆ, ਇਹ ਰੋਗ ਕੋਲੋਂ ਛੁਟਕਾਰਾ ਪਾਉਣਾ, ਸੱਚ ਨਾਲ ਜੁੜਨਾ ਪੈਣਾ। ਜਿਵੇਂ ਬੀਬਾ ਗਰੋਵਰ ਜੀ ਨੇ ਇੱਕ ਸਾਖੀ ਸੁਣਾਈ ਸੀ, ਸਾਖੀ ਦਾ ਮਤਲਬ ਇਹ ਹੁੰਦਾ ਵੀ ਛੋਟੀ ਜਿਹੀ ਕਹਾਣੀ ਜਿਹਦੇ ਵਿੱਚ ਸਿੱਖਿਆ ਹੋਵੇ। ਜਿੰਨਾ ਚਿਕਰ ਉਹ ਪੱਥਰ ਗੁਰੂ ਦੇ ਹੱਥ ਵਿੱਚ, ਸਤਿਗੁਰਾਂ ਦੇ ਹੱਥ ਵਿੱਚ ਸੀਗਾ, ਉਹਨਾਂ ਚਿਕਰ ਉਹ ਡੁੱਬਿਆ ਨਹੀਂ, ਉਹ ਕੁਝ ਨਹੀਂ ਹੋਇਆ। ਇਹਦਾ ਕਹਿਣ ਦਾ ਭਾਵ ਵੀ ਇਹੋ ਹੀ ਆ ਵੀ ਜਿੰਨਾ ਚਿਕਰ ਤੁਸੀਂ ਸਤਿਗੁਰ ਦੇ ਨਾਲ ਜੁੜੇ ਰਹੋ ਤੇ ਤੁਹਾਡਾ ਕੋਈ ਤੁਹਾਡਾ ਵਾਲ ਵਿੰਗਾ ਨਹੀਂ ਕਰ ਸਕਦਾ। ਜਿੰਨਾ ਚਿਰ ਗੁਰੂ ਦਾ ਹੱਥ ਤੁਹਾਡੇ ਸਿਰ ਤੇ, ਤੁਹਾਡਾ ਕੋਈ ਵਾਲ ਵਿੰਗਾ ਨਹੀਂ ਕਰ ਸਕਦਾ। ਇਸ ਕਰਕੇ ਸੱਚ ਨਾਲ ਜੁੜੇ ਰਹਿਣਾ ਆ, ਸਤਿਗੁਰਾਂ ਦੇ ਨਾਲ ਜੁੜੇ ਰਹਿਣਾ ਆ। ਇਹ ਸਭ ਤੋਂ ਵੱਡਾ ਦਾਰੂ ਇਹੋ ਹੀ ਆ। ਬਿਲਕੁਲ ਜੀ ਬਿਲकुल। ਹੈ ਨਾ ਜੀ, ਸੱਚ ਤੋਂ ਵੱਡਾ ਦਾਰੂ ਕੋਈ ਨਹੀਂ, ਹਉਮੈ ਤੋਂ ਵੱਡਾ ਰੋਗ ਕੋਈ ਨਹੀਂ। ਦੇਖੋ ਗੁਰੂ ਮਹਾਰਾਜ ਨੇ ਐਨ ਕਲੀਅਰ ਕਰ ਦਿੱਤਾ ਬਾਣੀ ਦੇ ਵਿੱਚ। ਬਿਲਕੁਲ ਜੀ, ਠੀਕ ਹੈ ਜੀ ਭੋਗਲ ਸਾਹਿਬ ਜੀ, ਬਹੁਤ ਬਹੁਤ ਧੰਨਵਾਦ ਜੀ। ਚਲੋ ਤੁਹਾਡਾ ਸਮਾਂ ਬੜਾ ਸੀਮਤ ਹੁੰਦਾ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਬਹੁਤ ਧੰਨਵਾਦ ਭੋਗਲ ਸਾਹਿਬ ਜੀ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਜੁੜਨ ਦੇ ਲਈ। ਤੇ ਹੁਣ ਮੈਂ ਜਿਹੜਾ ਆ ਪਹਿਲਾ ਸਵਾਲ ਕਰਾਂਗਾ ਕਿ ਜਿਹੜਾ ਪੰਜਾਬ ਚੰਡੀਗੜ੍ਹ ਦੇ ਵਿੱਚ ਜਿਹੜਾ ਆ ਕੇਂਦਰੀ ਸਰਵਿਸ ਜਿਹੜੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਆ, ਇਸ ਦੇ ਵਿੱਚ ਜਿਹੜਾ ਆ ਅਕਾਲੀ ਦਲ ਵੱਲੋਂ ਤੇ ਆਮ ਆਦਮੀ ਪਾਰਟੀ ਵੱਲੋਂ, ਕਾਂਗਰਸ ਵੱਲੋਂ ਜਿਹੜਾ ਆ ਤਿੱਖਾ ਵਿਰੋਧ ਕੀਤਾ ਜਾ ਰਿਹਾ ਤੇ ਭਗਵੰਤ ਮਾਨ ਵੱਲੋਂ ਜਿਹੜਾ ਆ ਇਹ ਕਿਹਾ ਗਿਆ ਕਿ ਅਸੀਂ ਪੰਜਾਬ ਦੇ ਹੱਕਾਂ ਦੇ ਲਈ ਜਿਹੜਾ ਆ ਡਟ ਕੇ ਜਿਹੜਾ ਲੜਾਂਗੇ। ਤੇ ਤੁਸੀਂ ਇਸ ਪੱਖ ਨੂੰ ਕਿਸ ਐਂਗਲ ਤੋਂ ਦੇਖਦੇ ਹੋ ਕਿ ਇਸ ਦਾ ਜਿਹੜਾ ਕੀ ਅਸਰ ਹੋਏਗਾ ਪੰਜਾਬ ਤੇ? ਦੇਖੋ, ਅਸਰ ਤਾਂ ਪਿਛਲੇ ਲੰਮੇ ਸਮੇਂ ਤੋਂ ਅਸੀਂ ਦੇਖਦੇ ਹਾਂ ਕਿ ਚੰਡੀਗੜ੍ਹ ਜਿਹੜਾ ਹੈ ਇਹ ਪੰਜਾਬ ਦੀ ਰਾਜਧਾਨੀ ਦੇ ਤੌਰ ਤੇ ਬਣਿਆ ਸੀ। ਬਿਲਕੁਲ ਜੀ। ਔਰ ਜਿਹੜਾ ਖਾਸ ਕਰਕੇ ਪੰਜਾਬ ਪੁਨਰਗਠਨ ਐਕਟ ਜਿਹੜਾ 1966 ਉਹਦੇ ਮੁਤਾਬਕ ਕੁਝ ਜਿਹੜੀਆਂ ਚੀਜ਼ਾਂ ਤੈਅ ਹੋਈਆਂ ਸੀਗੀਆਂ ਕਿ ਜਿੰਨੀ ਦੇਰ ਇਹ ਰਹੇਗਾ, ਸਾਂਝੀ ਰਾਜਧਾਨੀ ਰਹੇਗਾ ਤੇ ਉਸ ਦੇ ਵਿੱਚ ਕਿੰਨਾ ਹਿੱਸਾ ਰਹੇਗਾ। ਉਹਦੇ ਵਿੱਚ ਸੀ ਕਿ ਪੰਜਾਬ ਦਾ ਜਿਹੜਾ 60% ਜਿਹੜੇ ਇੱਥੇ EMPLOYE ਹੋਣਗੇ, ਜਿਹੜੇ ਅਫਸਰ ਹੋਣਗੇ, ਉਹ ਪੰਜਾਬ ਕੇਡਰ ਦੇ ਹੋਣਗੇ, ਚਾਹੇ ਉਹ PCS ਹੋਣ, ਚਾਹੇ IAS ਹੋਣ। ਇਸ ਤਰ੍ਹਾਂ ਹੀ ਹਰਿਆਣੇ ਦਾ ਜਿਹੜਾ 40% ਰਹੇਗਾ। ਤੇ ਨਾਲ ਜਿਹੜੀਆਂ ਬਾਕੀ ਦੀਆਂ ਭਾਸ਼ਾ ਜਿਹੜੀ ਹੈ ਉਹਦੇ ਬਾਰੇ ਸੀਗੀ ਗੱਲ, ਔਰ ਹੋਰ ਵੀ ਇਲਾਕਿਆਂ ਦਾ ਜਿਹੜਾ ਮਾਮਲਾ ਸੀ। ਪਰ ਹੁਣ ਜਿੱਥੇ ਗੱਲ ਅੱਜ ਖੜੀ ਹੈ ਉਸ ਗੱਲ ਤੇ ਜੇ ਅਸੀਂ ਦੇਖੀਏ ਤਾਂ ਬਕਾਇਦਾ ਜਿਹੜੇ ਇੱਥੇ ਦੇ EMPLOYE ਸੀਗੇ ਉਹਨਾਂ ਦੇ ਜਿਹੜੇ ਪੰਜਾਬ ਦੇ ਜਿਹੜੇ ਸਕੇਲ ਹੁੰਦੇ ਸੀ ਉਹ ਲਾਗੂ ਹੁੰਦੇ ਸੀ। ਤਾਂ ਹੁਣ ਪਿਛਲੇ ਦਿਨੀ ਜਦੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਹੁਣੀ ਇੱਥੇ ਆਏ ਤਾਂ ਉਹਨਾਂ ਨੇ ਇੱਕ ਤਾਂ ਇਹ ਅਨਾਉਂਸ ਕੀਤਾ ਕਿ ਅਸੀਂ ਜਿਹੜੇ ਇੱਥੋਂ ਦੇ EMPLOYE ਹੈ ਉਹਨਾਂ ਨੂੰ ਜਿਹੜੇ ਕੇਂਦਰੀ ਸਿਵਲ ਸੇਵਾਵਾਂ ਵਾਲੇ ਜਿਹੜੇ ਹੈਗੇ ਨਿਯਮ ਉਹ ਲਾਗੂ ਹੋਣਗੇ ਤੇ ਉਹਨਾਂ ਦੇ ਮੁਤਾਬਕ ਹੀ ਉਹਨਾਂ ਦੀਆਂ ਸੈਲਰੀ 'ਚ ਜਿਹੜਾ ਜੋ ਵੀ ਇਨਕਰੀਜ਼ ਹੋਏਗੀ ਜਾਂ ਉਹ ਸਾਰਾ ਕੁਝ ਹੋਏਗਾ। ਪਰ ਅਸੀਂ ਦੇਖਦੇ ਹਾਂ ਕਿ ਉਹ ਸਾਰਾ ਕੁਝ ਪਿਛਲੇ ਲਗਭਗ 6 ਮਹੀਨੇ ਦੇ ਅੰਦਰ ਜੋ ਕੁਝ ਵਾਪਰਿਆ ਕਿ ਸਭ ਤੋਂ ਪਹਿਲਾਂ ਤਾਂ BBMB ਵਿੱਚ ਜਿਹੜੀ ਪੰਜਾਬ ਦੀ ਪ੍ਰਤੀਨਿਧਤਾ ਸੀਗੀ ਉਹਨੂੰ ਇੱਕ ਨੋਟੀਫਿਕੇਸ਼ਨ ਰਾਹੀਂ ਖਤਮ ਕਰ ਦਿੱਤਾ ਗਿਆ। ਇਸ ਤਰ੍ਹਾਂ ਹੀ ਹਰਿਆਣੇ ਦੀ ਵੀ ਖਤਮ ਕਰ ਦਿੱਤੀ ਗਈ। ਫਿਰ ਜਿਹੜੇ ਚੰਡੀਗੜ੍ਹ ਦੇ ਅੰਦਰ ਅਫਸਰਾਂ ਦੀ ਨਿਯੁਕਤੀ ਹੁੰਦੀ ਸੀ ਉਹਦੇ ਵਿੱਚ ਜਿੱਥੇ ਪੰਜਾਬ ਕੇਡਰ ਦੇ ਅਫਸਰ ਨਿਯੁਕਤ ਹੁੰਦੇ ਸੀਗੇ ਤੇ ਉਹਦੇ ਵਿੱਚ ਇਹਨਾਂ ਨੇ ਹੁਣ ਜਿਹੜੇ ਕੇਂਦਰੀ ਜਿਹੜੇ ਕਾਡਰ ਦੇ ਅਫਸਰ ਹੈ ਉਹਨਾਂ ਨੂੰ ਲਿਆ ਕੇ ਲਾਉਣਾ ਸ਼ੁਰੂ ਕਰਤਾ। ਅਜੇ ਇਹ ਦੋ ਗੱਲਾਂ ਦੇ ਉੱਪਰ ਗੱਲ ਜਿਹੜੀ ਹੈ ਪੰਜਾਬ ਦੇ ਵਿੱਚ ਵਿਰੋਧ ਹੋ ਹੀ ਰਿਹਾ ਸੀ ਕਿਸਾਨ ਜਥੇਬੰਦੀਆਂ ਵੱਲੋਂ
ਰਾਜਸੀ ਪਾਰਟੀਆਂ ਵੱਲੋਂ ਇਸ ਗੱਲ ਨੂੰ ਕਿਹਾ ਜਾ ਰਿਹਾ ਸੀ ਕਿ ਤੁਸੀਂ ਜਿਹੜਾ ਨੋਟੀਫਿਕੇਸ਼ਨ ਲਾਗੂ ਕੀਤਾ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੀ ਸਾਡੀ ਮੈਂਬਰੀ ਖਤਮ ਕੀਤੀ ਹੈ, ਉਸ ਨੂੰ ਬਹਾਲ ਕੀਤਾ ਜਾਵੇ, ਉਸ ਨੂੰ ਵਾਪਸ ਲਿਆ ਜਾਵੇ। ਤੇ ਜਿਹੜੇ ਸਵਾਲ ਇੱਥੇ ਇਹ ਵੀ ਹੈ ਕਿ ਜਿਹੜਾ ਉਹਨਾਂ ਨੇ ਕਿਹਾ ਸੀ ਕਾਂਗਰਸ ਨੇ ਜਿਹੜਾ ਆ ਪ੍ਰਤੀਨਿਧ ਜਿਹੜੇ ਆ ਉੱਥੇ ਦਾਖਲ ਨਹੀਂ ਕੀਤੇ, ਉਹਨਾਂ ਦੀ ਜਿਹੜੀ ਆ ਕੋਈ ਸੂਚੀ ਨਹੀਂ ਦਿੱਤੀ, ਤੇ ਇਹ ਕਾਂਗਰਸ ਦੇ ਸਿਰ ਮੜਿਆ ਜਾ ਰਿਹਾ ਜਾਂ ਮਤਲਬ ਬਿਲਕੁਲ ਹੀ ਜਿਹੜਾ ਉਹਨਾਂ ਦਾ ਉਹਦੇ ਵਿੱਚ ਸੂਚੀ ਦੀ ਤਾਂ ਗੱਲ ਹੈ, ਉਹ ਤਾਂ ਦੁਬਾਰਾ ਵੀ ਮੰਗੀ ਜਾ ਸਕਦੀ ਹੈ, ਉਹਦੇ ਚ ਤਾਂ ਕੋਈ ਐਸੀ ਗੱਲ ਨਹੀਂ ਹੈ, ਉਹ ਦੁਬਾਰਾ ਵੀ ਹੋ ਸਕਦੀ ਹੈ। ਗੱਲ ਤਾਂ ਇਹ ਹੈ ਕਿ ਜੋ ਤੁਸੀਂ ਉੱਥੇ ਅਧਿਕਾਰੀ ਦੂਜੇ ਲਾਉਣੇ ਸ਼ੁਰੂ ਕਰਤੇ, ਕੱਲਾ ਉੱਥੇ ਹੀ ਨਹੀਂ, ਹੁਣ ਦੇਖੋ ਆਣ ਕੇ ਜਿਹੜਾ ਇੰਪਲਾਈ ਦੀਆਂ ਜਿਹੜੀਆਂ ਉੱਥੇ ਸੈਂਟਰਲ ਜਿਹੜੇ ਨਿਯਮ ਹੈਗੇ, ਕੇਂਦਰੀ ਸੇਵਾ ਨਿਯਮ ਹੈਗੇ ਆ, ਉਹ ਲਾਗੂ ਕਰਤੇ, ਜਿਸ ਤੋਂ ਹੁਣ ਸਮੁੱਚੇ ਪੰਜਾਬ ਦੇ ਅੰਦਰ ਇਸ ਗੱਲ ਦੇ ਉੱਤੇ ਸਖਤ ਰੋਸ ਵੀ ਹੈ, ਔਰ ਵੱਖ-ਵੱਖ ਰਾਜਸੀ ਪਾਰਟੀਆਂ ਔਰ ਵੱਖ-ਵੱਖ ਜਿਹੜੀਆਂ ਕਿਸਾਨ ਜਥੇਬੰਦੀਆਂ, ਟ੍ਰੇਡ ਯੂਨੀਅਨਾਂ, ਉਹ ਸਾਰੀਆਂ ਹੀ ਇਸ ਦਾ ਵਿਰੋਧ ਕਰ ਰਹੀਆਂ। ਇਹ ਠੀਕ ਹੈ, ਇੱਕ ਪੱਖ ਇਹ ਵੀ ਕਹੀ ਜਾ ਰਿਹਾ ਜਿਹੜਾ ਸਰਕਾਰ ਦਾ ਪੱਖ ਹੈ ਕਿ ਇੱਥੇ ਇੰਪਲਾਈਜ਼ ਦੀਆਂ ਤਨਖਾਹਾਂ ਵਧਣਗੀਆਂ, ਪਰ ਦੂਸਰੇ ਪਾਸੇ ਜਦੋਂ ਅਸੀਂ ਦੇਖਦੇ ਹਾਂ ਕਿ ਜਿਹੜੇ ਟ੍ਰੇਡ ਯੂਨੀਅਨ ਆਗੂ ਹੈਗੇ ਆ, ਉਹ ਲਗਾਤਾਰ ਇਹ ਕਹਿ ਰਹੇ ਕਿ ਇਹਦੇ ਨਾਲ ਇੰਪਲਾਈਜ਼ ਨੂੰ ਉਹ ਫਾਇਦਾ ਨਹੀਂ ਹੋਏਗਾ। ਬਾਕੀ ਦਾ ਸਾਰਾ ਜਦੋਂ ਓਵਰਆਲ ਉਹ ਗੱਲ ਕਰਦੇ ਆ ਤਾਂ ਉਹਦੇ ਚ ਇੱਕ ਤਾਂ ਇਹ ਹੈ, ਦੂਸਰਾ ਇਹ ਹੈ ਕਿ ਉਹ ਪੰਜਾਬ ਦੇ ਜਿਹੜੇ ਨਾਲ ਜੁੜੀ ਹੋਈਆਂ ਚੀਜ਼ਾਂ ਹੈਗੀਆਂ ਉਹਨਾਂ ਨੂੰ ਉੱਥੋਂ ਕੱਟ ਕੇ ਤੇ ਅਸਲ ਚ ਪੰਜਾਬੀਆਂ ਦੇ ਮਨਾਂ 'ਚ ਖਾਸ ਕਰਕੇ ਰਾਜਸੀ ਪਾਰਟੀਆਂ ਜਿਹੜੀਆਂ, ਚਾਹੇ ਉਹ ਹਾਕਮ ਪਾਰਟੀ ਹੈ, ਚਾਹੇ ਉਹ ਕਾਂਗਰਸ ਹੈ, ਚਾਹੇ ਅਕਾਲੀ ਦਲ ਹੈ, ਉਹਨਾਂ ਸਾਰਿਆਂ ਦੇ ਮਨਾਂ 'ਚ ਇਸ ਗੱਲ ਦਾ ਸ਼ੰਕਾ ਹੈ ਕਿ ਹੌਲੀ ਹੌਲੀ ਇਸ ਨੂੰ ਕੇਂਦਰੀ ਸ਼ਾਸਤ ਪ੍ਰਦੇਸ਼ ਦੇ ਤੌਰ ਤੇ ਹੀ ਇਹਦਾ ਜਿਹੜਾ ਸਟੇਟਸ ਹੈ ਉਹਨੂੰ ਪੱਕਾ ਕਰਨ ਵਾਲੀ ਜਿਹੜੀ ਹੈ ਗੱਲ ਅੱਗੇ ਵਧਾਈ ਜਾ ਰਹੀ ਹੈ। ਤੇ ਇਹੀ ਕਾਰਨ ਹੈ ਕਿ ਜਿਹੜੀਆਂ ਹੁਣ ਅਸੀਂ ਦੇਖਦੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ 10 ਸਾਲ ਇੱਥੇ ਸੱਤਾ 'ਚ ਰਿਹਾ, ਕੇਂਦਰ 'ਚ ਵੀ ਭਾਈਵਾਲ ਰਿਹਾ, ਉਦੋਂ ਇਹਨਾਂ ਨੇ ਇਹਨਾਂ ਗੱਲਾਂ ਬਾਰੇ ਕੋਈ ਮੁੱਦਾ ਨਹੀਂ ਉਠਾਇਆ, ਚਾਹੇ ਉਹ ਭਾਸ਼ਾ ਦਾ ਮਾਮਲਾ ਹੋਵੇ, ਚਾਹੇ ਉਹ ਚੰਡੀਗੜ੍ਹ ਪੰਜਾਬ ਨੂੰ ਦੇਣ ਦਾ ਮਾਮਲਾ ਹੋਵੇ, ਚਾਹੇ ਜਿਹੜੇ ਬਾਕੀ ਜਿਹੜੇ ਝਗੜੇ ਵਾਲੇ ਇਲਾਕੇ ਹੈਗੇ ਆ, ਜਿਹੜੇ ਪੰਜਾਬੀ ਬੋਲਦੇ ਇਲਾਕੇ ਆ, ਉਹਨਾਂ ਨੂੰ ਪੰਜਾਬ 'ਚ ਮਿਲਾਉਣ ਦਾ ਮਾਮਲਾ ਹੋਵੇ। ਤਾਂ ਉਹ ਸਾਰੀ ਸਥਿਤੀ ਦੇ ਅੰਦਰ ਅਸੀਂ ਦੇਖਦੇ। ਬਿਲਕੁਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਇਸ ਪ੍ਰੋਗਰਾਮ ਦੇ ਵਿੱਚ ਤੁਹਾਡਾ ਬਿਲਕੁਲ ਸਵਾਗਤ ਹੈ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਚੰਡੀਗੜ੍ਹ ਦੇ ਮਸਲੇ ਦੇ ਬਾਬਤ ਮੈਂ ਤੁਹਾਨੂੰ ਆਪਣਾ ਖਿਆਲ ਦੱਸਣਾ ਚਾਹੁੰਦਾ। ਬਿਲਕੁਲ ਜੀ। ਜੀ, ਕਿਸੇ ਕਿਸਮ ਦੀ ਇੱਕ ਆਮ ਆਦਮੀ ਪਾਰਟੀ ਤੇ ਭਾਰਤੀ ਜਨਤਾ ਪਾਰਟੀ ਦੀ ਸਾਂਝੀਵਾਲਤਾ ਦਾ ਕੋਈ ਸਬੂਤ ਹੈ, ਕਿਉਂਕਿ ਉਹਨਾਂ ਨੇ ਦਿੱਲੀ ਤੋਂ ਅਫਸਰ ਲਿਆ ਕੇ, ਦਿੱਲੀ ਐਡਮਿਨਿਸਟ੍ਰੇਸ਼ਨ ਦੇ ਹੋਰ ਆਦਮੀ ਲਿਆ ਕੇ ਚੰਡੀਗੜ੍ਹ ਦੇ ਵਿੱਚ ਲਾਉਣੇ ਹਨ, ਤੇ ਪੰਜਾਬ ਦੇ ਜੋ ਗਰੀਬ ਲੋਕ ਚੰਡੀਗੜ੍ਹ ਵਿੱਚ ਆ ਕੇ ਬਸੇ ਸਨ, ਉਹਨਾਂ ਦੀ ਜੋ ਇਨਕਮ ਦਾ ਸਾਧਨ ਸੀ ਨੌਕਰੀ ਕਰਕੇ, ਉਹ ਰੁਕਣਾ ਹੈ। ਇਹ ਇੱਕ ਮੰਦਭਾਗੀ ਸਿਚੁਏਸ਼ਨ ਹੈ ਪੰਜਾਬ ਦੇ ਲਈ ਕਿ ਸਾਡੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦਾ ਰਾਜ ਆ ਗਿਆ ਹੈ। ਇਸ ਨੂੰ ਰੋਕਣ ਦੇ ਲਈ ਕੋਈ ਨਾ ਕੋਈ ਪ੍ਰਬੰਧ ਹੋਣਾ ਚਾਹੀਦਾ ਹੈ ਤਾਂ ਕਿ ਕੋਈ ਗਲਤੀ ਨਾ ਕਰ ਦੇਣ ਤੇ ਪੰਜਾਬ ਦੇ ਲੋਕ ਜੋ ਹਨ ਹੋਰ ਸਫ਼ਰ ਕਰਨਗੇ ਜਿਸ ਤਰ੍ਹਾਂ ਸ਼ੁਰੂ ਹੋ ਗਿਆ ਹੈ। ਠੀਕ ਹੈ ਜੀ, ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਇਸ ਪ੍ਰੋਗਰਾਮ ਦੇ ਵਿੱਚ ਜੁੜਨ ਦੇ ਲਈ। ਹਾਂਜੀ ਸਰ, ਉਹਦੇ ਵਿੱਚ ਬਿਲਕੁਲ ਇਹ ਗੱਲ ਠੀਕ ਕਹਿ ਰਹੇ ਹੈਗੇ ਆ, ਪਰ ਉਹਦੇ ਵਿੱਚ ਇੱਕ ਗੱਲ ਬੜੀ ਸਪਸ਼ਟ ਹੈ ਕਿ ਅਸੀਂ ਦੇਖਦੇ ਹਾਂ ਕਿ ਇਹ ਸਾਰੀਆਂ ਜਿਹੜੀਆਂ ਰਾਜਸੀ ਪਾਰਟੀਆਂ, ਸ਼੍ਰੋਮਣੀ ਅਕਾਲੀ ਦਲ ਨੇ ਜਦੋਂ ਬਕਾਇਦਾ ਪੰਜਾਬੀ ਸੂਬੇ ਦੇ ਲਈ ਮੋਰਚਾ ਵੀ ਲਾਇਆ ਸੀਗਾ, ਉਸ ਤੋਂ ਬਾਅਦ ਧਰਮਯੁੱਧ ਮੋਰਚਾ ਵੀ ਲੱਗਾ, ਫਿਰ ਉਸ ਤੋਂ ਬਾਅਦ ਰਾਜੀਵ ਲੌਂਗੋਵਾਲ ਸਮਝੌਤਾ ਹੋਇਆ, ਉਸ ਸਮਝੌਤੇ ਦੇ ਤਹਿਤ ਵੀ ਇਹ ਮੱਦ ਸ਼ਾਮਲ ਸੀ, ਉਹਦੀ ਵਿਵਸਥਾ ਸੀਗੀ ਕਿ ਚੰਡੀਗੜ੍ਹ ਜਿਹੜਾ ਪੰਜਾਬ ਨੂੰ ਦਿੱਤਾ ਜਾਏਗਾ, ਉਦੋਂ ਵੀ ਉਹ ਚੰਡੀਗੜ੍ਹ ਪੰਜਾਬ ਨੂੰ ਨਹੀਂ ਦਿੱਤਾ ਗਿਆ। ਤਾਂ ਹੁਣ ਜਿਹੜੀ ਸਥਿਤੀ ਬਣੀ ਹੈ, ਇਹਦੇ ਤੇ ਜਿਹੜੀ ਮੈਂ ਪਹਿਲਾਂ ਗੱਲ ਕਰ ਰਿਹਾ ਸੀਗਾ, ਆਪਣੇ ਜਿਹੜੇ ਜੁੜੇ ਨੇ ਆਪਣੇ ਨਾਲ ਸਰੋਤੇ, ਉਹਨਾਂ ਦੀ ਗੱਲ ਤੋਂ ਜਿਹੜੀ ਉਦੋਂ ਇਹ ਸੀਗੀ ਕਿ ਬਕਾਇਦਾ ਜਿਹੜਾ ਸ਼੍ਰੋਮਣੀ ਅਕਾਲੀ ਦਲ ਹੈ ਉਹ ਹੁਣ ਤਾਂ ਇਹ ਗੱਲ ਕਰ ਰਿਹਾ ਹੈਗਾ, ਤੇ ਜਦੋਂ ਉਹ 10 ਸਾਲ ਕੇਂਦਰ ਵਿੱਚ ਵੀ ਸੱਤਾ 'ਚ ਰਿਹਾ, ਪੰਜਾਬ 'ਚ ਵੀ ਸੱਤਾ 'ਚ ਰਿਹਾ, ਉਦੋਂ ਉਹਨਾਂ ਨੇ ਇਹਨਾਂ ਮੁੱਦਿਆਂ ਨੂੰ ਇਸ ਢੰਗ ਨਾਲ ਉਠਾ ਕੇ ਇਹਨਾਂ ਦਾ ਹੱਲ ਕਰਨ ਦਾ ਯਤਨ ਨਹੀਂ ਕੀਤਾ। ਹੁਣ ਜਦੋਂ ਇਹ ਸਾਰਾ ਇਸ ਵਾਲੀ ਸਥਿਤੀ ਆ ਗਈ ਹੈ, ਉਹਦੇ ਵਿੱਚ ਹੁਣ ਉਹ ਵੀ ਇਹ ਗੱਲ ਕਹਿ ਰਹੇ ਆ, ਔਰ ਕਾਂਗਰਸ ਤਾਂ ਕਹਿ ਹੀ ਰਹੀ ਹੈ, ਕਾਂਗਰਸ ਵੀ ਸੱਤਾ 'ਚ ਰਹੀ ਹੈ, ਤੇ ਸੋ ਇਸ ਕਰਕੇ ਇਸ ਵੇਲੇ ਜਿਹੜੀ ਸਥਿਤੀ ਹੈ, ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਤੇ ਬਕਾਇਦਾ ਉਹਨਾਂ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਇਸ ਗੱਲ ਦੇ ਉੱਤੇ ਜ਼ੋਰ ਦਿੱਤਾ ਹੈ ਕਿ ਇਹ ਜਿਹੜਾ ਚੰਡੀਗੜ੍ਹ ਹੈ, ਅਸੀਂ ਇਸ ਨੂੰ ਪੰਜਾਬ ਦਾ ਹੀ ਹਿੱਸਾ ਜਿਹੜਾ ਅਸੀਂ ਬਣਾਉਣ ਦੇ ਲਈ ਹਰ ਹੀਲਾ ਜਿਹੜਾ ਹੈ ਉਹ ਕਰਾਂਗੇ, ਹਰ ਯਤਨ ਕਰਾਂਗੇ। ਹੁਣ ਉਹਦੇ ਲਈ ਇਹ ਜ਼ਰੂਰੀ ਹੈ, ਅਸੀਂ ਦੇਖਦੇ ਹਾਂ ਕਿ ਪਿਛਲੇ ਸਮੇਂ 'ਚ ਵੱਖ-ਵੱਖ ਪਾਰਟੀਆਂ ਵੱਖ-ਵੱਖ ਆਪਦੇ ਰਾਜਸੀ ਹਿੱਤਾਂ ਦੇ ਮੁਤਾਬਕ ਚੱਲਦੀਆਂ ਰਹੀਆਂ, ਪਰ ਇੱਕ ਗੱਲ ਜ਼ਰੂਰ ਹੈਗੀ ਹੈ ਇਹਦੇ ਵਿੱਚ ਕਿ ਜਿੰਨੀ ਦੇਰ ਤੱਕ ਪੰਜਾਬ ਦੀਆਂ ਜਿਹੜੀਆਂ ਰਾਜਸੀ ਧਿਰਾਂ ਸਾਰੀਆਂ ਤੇ ਜਿਹੜੇ ਸੋਸ਼ਲ ਆਰਗੇਨਾਈਜੇਸ਼ਨ ਹੈ, ਚਾਹੇ ਉਹ ਕਿਸਾਨ ਜਥੇਬੰਦੀਆਂ, ਚਾਹੇ ਟ੍ਰੇਡ ਯੂਨੀਅਨਾਂ, ਉਹ ਇੱਕ ਮੰਚ ਤੇ ਇਸ ਗੱਲ ਲਈ ਸਰਵਸੰਮਤੀ ਨਹੀਂ ਬਣਾਉਂਦੀਆਂ ਕਿ ਜਿਹੜੇ ਪੰਜਾਬ ਦੇ ਮਸਲੇ ਆ, ਖਾਸ ਕਰਕੇ ਜਿਹੜੇ ਝਗੜੇ ਵਾਲੇ ਮਸਲੇ ਆ, ਜਿਨ੍ਹਾਂ ਤੇ ਵਾਦ ਵਿਵਾਦ ਹੈ,
ਚਾਹੇ ਉਹ ਚੰਡੀਗੜ੍ਹ ਦਾ ਮਸਲਾ ਹੈ, ਚਾਹੇ ਉਹ ਭਾਸ਼ਾ ਦਾ ਮਸਲਾ ਹੈ, ਚਾਹੇ ਪੰਜਾਬੀ ਬੋਲਦੇ ਇਲਾਕਿਆਂ ਦਾ ਮਸਲਾ ਹੈ, ਉਹਨਾਂ ਤੇ ਇੱਕ ਸਹਿਮਤੀ ਬਣਾ ਕੇ ਤੇ ਸਾਰੀਆਂ ਧਿਰਾਂ ਇਕੱਠੀਆਂ ਹੋ ਕੇ ਇੱਕ ਮੰਚ ਤੇ ਇਸ ਦੇ ਖਿਲਾਫ ਲੜਾਈ ਨਹੀਂ ਲੜਦੀਆਂ ਜਾਂ ਇਸ ਦੇ ਇਹਨੂੰ ਮੁੱਦਾ ਬਣਾ ਕੇ ਅੱਗੇ ਨਹੀਂ ਵਧਦੀਆਂ, ਉਨੀ ਦੇਰ ਤੱਕ ਇਹ ਬਾਰ-ਬਾਰ ਇਹ ਸਾਨੂੰ ਇਸ ਤਰ੍ਹਾਂ ਦੀ ਸਥਿਤੀ ਜਿਹੜੀ ਪੰਜਾਬ ਨੂੰ ਪਹਿਲਾਂ ਵੀ ਫੇਸ ਕਰਨੀ ਪਈ ਹੈ ਤੇ ਅੱਗੇ ਵੀ ਆਉਣ ਵਾਲੇ ਸਮੇਂ 'ਚ ਕਰਨੀ ਪਏਗੀ। ਇਹ ਠੀਕ ਹੈ, ਹੁਣ ਸੁਖਪਾਲ ਸਿੰਘ ਖਹਿਰਾ ਹੁਣੀ ਵੀ ਗੱਲ ਕਰ ਰਹੇ, ਪਰ ਇਹ ਜ਼ਰੂਰ ਹੈ ਕਿ ਇੱਕ ਸਰਬ ਪਾਰਟੀ ਮੀਟਿੰਗ ਜਿਹੜੀ ਹੈ ਮੁੱਖ ਮੰਤਰੀ ਨੂੰ ਸੱਦਣੀ ਚਾਹੀਦੀ ਹੈ ਤੇ ਉਸ ਦੇ ਵਿੱਚ ਸਾਰੀ ਇਸ ਗੱਲ ਤੇ ਇੱਕ ਨਿਸ਼ਾਨਾ ਬਣਨਾ ਚਾਹੀਦਾ ਹੈ ਕਿ ਸਾਰੀਆਂ ਪਾਰਟੀਆਂ ਇਹਨਾਂ ਮਾਮਲਿਆਂ ਤੇ ਸਿਆਸਤ ਨਾ ਹੋਵੇ ਤੇ ਪੰਜਾਬ ਦੇ ਹਿੱਤਾਂ ਨੂੰ ਸਾਂਝਾ ਰੱਖ ਕੇ ਸਾਹਮਣੇ ਰੱਖ ਕੇ ਕਿ ਇਸ ਮਾਮਲੇ ਦੇ ਉੱਤੇ ਚਾਹੇ ਕੋਈ ਪਾਰਟੀ ਦੀ ਸਰਕਾਰ ਬਣੀ ਹੈ, ਕਿਸੇ ਦੀ ਨਹੀਂ ਬਣੀ, ਕੋਈ ਵਿਰੋਧੀ ਧਿਰ 'ਚ ਹੈ, ਕਿਸੇ ਦੇ ਐਮਐਲਏ ਘੱਟ ਹੈ, ਕਿਸੇ ਦੇ ਵੱਧ ਹੈ, ਸਵਾਲ ਇਹ ਨਹੀਂ ਹੈ। ਸਵਾਲ ਇਹ ਹੈ ਕਿ ਉਹ ਇਸ ਮੁੱਦੇ ਨੂੰ ਲੈ ਕੇ ਇਕਜੁੱਟ ਹੋ ਕੇ ਪੰਜਾਬ ਦੇ ਹਿੱਤਾਂ ਦੀ ਰਾਖੀ ਕਰਨ ਦੇ ਲਈ ਸਾਂਝਾ ਏਜੰਡਾ ਲੈ ਕੇ ਤੇ ਪ੍ਰਧਾਨ ਮੰਤਰੀ ਨੂੰ ਮਿਲ ਔਰ ਇਹਦੇ ਲਈ ਹੋਰ ਜਿਹੜੇ ਕਦਮ ਚੁੱਕਣੇ ਪੈਂਦੇ ਆ ਉਹ ਚੁੱਕਣ, ਤਾਂ ਹੀ ਇਸ ਗੱਲ ਨੂੰ ਰੋਕਿਆ ਜਾ ਸਕਦਾ। ਬਿਲਕੁਲ ਜੀ ਸਰ, ਇਹ ਵੀ ਲੱਗਦਾ ਹੈ ਕਿ ਜਿਹੜਾ ਆ ਆਪਣੀ ਪਾਰਟੀ ਨੂੰ ਕ੍ਰੈਡਿਟ ਦਿਵਾਉਣ ਦੇ ਲਈ ਜਿਹੜਾ ਪੰਜਾਬ ਦਾ ਘਾਣ ਕੀਤਾ ਜਾ ਰਿਹਾ ਕਿ ਸਿਰਫ ਜਿਹੜਾ ਸਾਡੀ ਪਾਰਟੀ ਦੇ ਵਿੱਚ ਜਿਹੜਾ ਆ ਇਸ ਤਰ੍ਹਾਂ ਦੀਆਂ ਜਿਹੜੀਆਂ ਸਕੀਮਾਂ ਲਿਆਂਦੀਆਂ ਗਈਆਂ ਸੀ ਜਾਂ ਇਸ ਤਰ੍ਹਾਂ ਦਾ ਜਿਹੜਾ ਆ ਰੋਕਾ ਕੀਤਾ ਗਿਆ ਸੀਗਾ, ਕੁਛ ਇਸ ਤਰ੍ਹਾਂ ਦਾ ਵੀ ਜਿਹੜਾ ਆ ਮਸਲਾ ਸਾਹਮਣੇ ਆ ਰਿਹਾ ਹੋਏਗਾ। ਨਹੀਂ, ਇਹਦੇ ਵਿੱਚ ਅਜੇ ਇਸ ਦੇ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਕਿਉਂਕਿ ਅਜੇ ਆਮ ਆਦਮੀ ਪਾਰਟੀ ਨੂੰ ਤਾਂ ਬਣੇ ਥੋੜਾ ਚਿਰ ਹੋਇਆ, ਕੁਛ ਹੀ ਦਿਨਾਂ ਦੀ ਗੱਲ ਹੈਗੀ ਹੈ। ਜਿਹੜੀਆਂ ਪਾਰਟੀਆਂ ਦੇਖੋ ਗੱਲ ਇਹ ਹੈ ਕਿ ਲਗਾਤਾਰ ਪਿਛਲੇ 70 ਸਾਲ ਤੋਂ ਜਿਹੜੀਆਂ ਪਾਰਟੀਆਂ ਸੱਤਾ 'ਚ ਰਹੀਆਂ ਉਹ ਜਾਂ ਤਾਂ ਕਾਂਗਰਸ ਰਹੀ ਹੈ ਜਾਂ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦਾ ਗੱਠਜੋੜ ਰਿਹਾ। ਖਾਸ ਕਰਕੇ ਜੇ ਅਸੀਂ 96-97 ਤੋਂ ਬਾਅਦ ਦੇਖੀਏ ਤਾਂ ਅਕਾਲੀ ਭਾਜਪਾ ਗੱਠਜੋੜ ਤੇ ਕਾਂਗਰਸ ਇਹਨਾਂ ਦੀਆਂ ਹੀ ਸਰਕਾਰਾਂ ਬਦਲ ਕੇ ਆਉਂਦੀਆਂ ਰਹੀਆਂ ਤੇ ਉਹ ਜਦੋਂ ਸਰਕਾਰਾਂ 'ਚ ਹੁੰਦੇ ਆ ਉਦੋਂ ਇਹਨਾਂ ਮਾਮਲਿਆਂ ਨੂੰ ਨਾ ਤਾਂ ਉਠਾਇਆ ਜਾਂਦਾ, ਜਦੋਂ ਜਿਹੜੀ ਪਾਰਟੀ ਜਦੋਂ ਵਿਰੋਧੀ ਧਿਰ 'ਚ ਆ ਜਾਂਦੀ ਹੈ ਤਾਂ ਉਹ ਇਹਨਾਂ ਮਾਮਲਿਆਂ ਨੂੰ ਉਠਾਉਣਾ ਸ਼ੁਰੂ ਕਰ ਦਿੰਦੇ ਆ। ਠੀਕ ਹੈ ਸਰ, ਜੇ ਅਸੀਂ ਗੱਲ ਕਰੀਏ ਜੀ ਹੁਣ ਅਸੀਂ ਅਗਲੇ ਸਵਾਲ ਦੀ ਗੱਲ ਕਰੀਏ, ਅਗਲੇ ਸਵਾਲ ਦੇ ਵਿੱਚ ਇਹ ਸਾਡਾ ਸਵਾਲ ਹੈ ਕਿ ਜਿਹੜਾ ਆ ਪੰਜਾਬ ਦੇ ਵਿੱਚੋਂ ਜਿਹੜਾ ਮਾਲੀਆ ਹੋਣਾ ਆ ਜਾਂ ਮਾਈਨਿੰਗ ਹੋਣੀ ਆ, ਜਿਹੜਾ ਉਹਦਾ ਮੁਆਵਜ਼ਾ ਜਿਹੜਾ ਆ ਜਾਂ ਉਹਦੀ ਬਚਤ ਹੋਏਗੀ, ਉਹਦੇ ਨਾਲ ਜਿਹੜਾ ਆ ਪੰਜਾਬ ਦੀ ਜਨਤਾ ਦੇ ਜਿਹੜੇ ਆ ਉਹ ਵਾਅਦੇ ਪੂਰੇ ਕੀਤੇ ਜਾਣਗੇ ਕਿ ਆਮ ਆਦਮੀ ਪਾਰਟੀ ਕੋਲ ਜਿਹੜਾ ਆਪ ਦਾ ਕੋਈ ਜਿਹੜਾ ਆ ਉਹ ਬਜਟ ਨਹੀਂ ਹੋਏਗਾ ਕਿ ਪੰਜਾਬ ਜਿਹੜਾ ਲਗਾਤਾਰ ਜਿਹੜਾ ਕਰਜ਼ਾਈ ਹੋ ਰਿਹਾ ਆ ਤੇ ਉਸ ਦਾ ਜਿਹੜਾ ਹਾਲੇ ਤੱਕ ਜਿਹੜਾ ਆ ਕਰਜ਼ਾ ਵੀ ਜਿਹੜਾ ਆ ਉਹ ਮੋੜਿਆ ਨਹੀਂ ਗਿਆ। ਤੁਸੀਂ ਇਸ ਪੱਖ ਨੂੰ ਕਿਵੇਂ ਦੇਖਦੇ ਹੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਆ ਆਮ ਆਦਮੀ ਪਾਰਟੀ ਆ ਆਪਣੀ ਜਿਹੜੀ ਆ ਕੀਤੇ ਹੋਏ ਵਾਅਦਿਆਂ ਦੀ ਲਿਸਟਾਂ ਨੂੰ ਜਿਹੜਾ ਆ ਪੂਰਾ ਕਰਦੀ ਵਿਖਾਈ ਦਿੰਦੀ ਹੈ? ਨਹੀਂ ਦੇਖੋ, ਉਹ ਤਾਂ ਗੱਲ ਸਾਰਾ ਕੁਝ ਜੋ ਵੀ ਉਹਨਾਂ ਨੇ ਵਾਅਦੇ ਕੀਤੇ, ਜੋ ਵੀ ਉਹਨਾਂ ਗਰੰਟੀਆਂ ਦਿੱਤੀਆਂ ਉਹ ਪੂਰਾ ਤਾਂ ਉਹਦੇ ਨਾਲ ਹੀ ਹੋਣਾ ਜੇ ਫਾਈਨਾਂਸ ਹੋਏਗਾ, ਜੇ ਪੈਸਾ ਕੋਲ ਹੋਏਗਾ ਸਰਕਾਰ ਦਾ। ਤੇ ਜਿਹੜੀ ਇਸ ਵੇਲੇ ਸਥਿਤੀ ਹੈ 3 ਲੱਖ ਦੇ ਕਰੀਬ ਜਿਹੜਾ ਕਰਜ਼ਾ ਹੈ ਔਰ ਉਹਦੇ ਵਿੱਚ ਜਿਹੜੀ ਅਸੀਂ ਜੇ ਪਿੱਛੇ ਨਜ਼ਰ ਮਾਰੀਏ ਤਾਂ 2000 ਦੇ ਵਿੱਚ ਜਾਂ ਤੁਸੀਂ 2000 ਤੋਂ ਪਹਿਲਾਂ ਦੀਆਂ ਪਰਿਸਥਿਤੀਆਂ ਵੇਖੋ ਤਾਂ 29-30 ਹਜ਼ਾਰ ਕਰੋੜ ਦੇ ਕਰੀਬ ਹੀ ਪੰਜਾਬ ਦੇ ਸਿਰ ਕਰਜ਼ਾ ਸੀ। ਪਰ ਇਹ ਸਾਰਾ ਪਿਛਲੇ ਜਿਹੜੇ ਸਾਲਾਂ ਦੇ ਵਿੱਚ ਜਿਹੜੀ ਆਪਾਂ ਪਹਿਲਾਂ ਗੱਲ ਕੀਤੀ ਹੈ ਕਿ ਪਿਛਲੇ 25-30 ਸਾਲ ਜਿਹੜੇ ਲੰਘੇ ਆ ਉਹਨਾਂ ਦੇ ਵਿੱਚ ਚਾਹੇ ਕਾਂਗਰਸ ਦੀ ਸਰਕਾਰ ਰਹੀ ਚਾਹੇ ਅਕਾਲੀ ਭਾਜਪਾ ਦੀ ਰਹੀ, ਇਹਨਾਂ ਸਮਿਆਂ ਦੌਰਾਨ ਹੀ ਉਹ ਜਿਹੜਾ ਕਰਜ਼ਾ ਹੈਗਾ ਉਹ ਵਧਿਆ ਹੈਗਾ। ਤੇ ਇਸ ਵੇਲੇ ਵੀ ਹੁਣ ਜੇ ਪੰਜਾਬ ਦੇ ਅੰਦਰ ਜਿਸ ਤਰ੍ਹਾਂ ਨਵਜੋਤ ਸਿੰਘ ਸਿੱਧੂ ਹੁਣ ਇੱਕ 50 ਮਾਡਲ ਦੀ ਗੱਲ ਕਰਦੇ ਆ, ਜੇ ਅਸੀਂ ਦੇਖੀਏ ਵੱਖ-ਵੱਖ ਥਾਵਾਂ ਤੇ ਕਿ ਜਿੱਥੇ ਸ਼ਰਾਬ ਜਿਹੜੀ ਹੈ ਉਹਦੇ ਲਈ ਬਕਾਇਦਾ ਸਰਕਾਰੀ ਕਾਰਪੋਰੇਸ਼ਨ ਜੇ ਬਣਦੀ ਹੈ ਤਾਂ ਉਹਦਾ ਜਿਹੜਾ ਸਰਮਾਇਆ ਹੈਗਾ ਉਹ ਕਾਫੀ ਵੱਡੇ ਪੱਧਰ ਤੇ ਸਰਕਾਰੀ ਖਜ਼ਾਨੇ ਨੂੰ ਭਰ ਸਕਦਾ, ਕਿਉਂਕਿ ਅਦਰਵਾਈਜ਼ ਜੇ ਪ੍ਰਾਈਵੇਟਾਈਜੇਸ਼ਨ ਆ ਉਹਦੀ ਜਿਸ ਤਰ੍ਹਾਂ ਹੁਣ ਠੇਕਿਆਂ ਦੀ ਬੋਲੀ ਹੁੰਦੀ ਹੈ ਤਾਂ ਲਗਭਗ ਜਿਹੜੇ ਜਿੰਨੀ ਕੁ ਸ਼ਰਾਬ ਸਾਡੇ ਪੰਜਾਬ 'ਚ ਵਿਕਦੀ ਹੈ ਇੰਨੀ ਕੁ ਤਾਮਿਲਨਾਡੂ ਔਰ ਕੇਰਲਾ ਦੀ ਉਧਰਲੀ ਜਿਹੜੀ ਸਟੱਡੀ ਹੋਈ ਹੈ ਕਿ ਉਹ ਵੀ ਇੰਨੀ ਕੁ ਸ਼ਰਾਬ ਵਿਕਦੀ ਹੈ, ਪਰ ਉਹਨਾਂ ਨੂੰ ਉੱਥੇ 30-30 ਹਜ਼ਾਰ ਕਰੋੜ ਰੁਪਏ ਦੀ ਇਨਕਮ ਹੁੰਦੀ ਹੈ ਤੇ ਸਾਡੇ ਇੱਥੇ 6 ਜਾਂ 7 ਹਜ਼ਾਰ ਕਰੋੜ ਰੁਪਏ ਦਾ ਸਾਰਾ। ਸੋ ਇਸ ਕਰਕੇ ਇੱਕ ਤਾਂ ਇਹ ਪੱਖ ਹੈਗਾ। ਦੂਸਰਾ ਮਾਈਨਿੰਗ ਵਾਲਾ ਜਿਹੜਾ ਪੱਖ ਤੁਸੀਂ ਕੀਤਾ ਉਹਦੇ 'ਚ ਵੀ ਜੇ ਉਹ ਸਰਕਾਰੀ ਕਾਰਪੋਰੇਸ਼ਨ ਬਣ ਕੇ ਤਾਂ ਉਹਦੇ ਵਿੱਚ ਜਿਹੜੇ ਮਾਫੀਆਜ਼ ਉਹ ਖਤਮ ਹੋ ਜਾਣ ਤਾਂ ਉਹ ਵੀ ਇਨਕਮ ਜਿਹੜੀ ਹੈ ਪੰਜਾਬ ਦੇ ਖਜ਼ਾਨੇ 'ਚ ਆ ਸਕਦੀ ਹੈ। ਸੋ ਇਸ ਕਰਕੇ ਆਉਣ ਵਾਲਾ ਸਮਾਂ ਅਜੇ ਇਹ ਦੱਸੇਗਾ ਕਿ ਹੁਣ ਇਹਨਾਂ ਦੋ ਫਰੰਟਾਂ ਤੇ ਖਾਸ ਕਰਕੇ ਚਾਹੇ ਮਾਈਨਿੰਗ ਹੈ ਚਾਹੇ ਲਿਕਰ ਹੈ ਕਿ ਇਹਦੇ ਤੇ ਜਿਹੜੀ ਪੰਜਾਬ ਸਰਕਾਰ ਦੀ ਕੀ ਪਾਲਿਸੀ ਬਣਦੀ ਹੈ। ਆਮ ਆਦਮੀ ਪਾਰਟੀ ਕੀ ਇਸ ਦੇ ਉੱਤੇ ਜੋ ਕੁਝ ਉਹਨੇ ਚੋਣਾਂ ਦੇ ਦੌਰਾਨ ਕਿਹਾ ਸੀ, ਵਾਅਦੇ ਕੀਤੇ ਸੀ, ਉਹਦੇ ਮੁਤਾਬਕ ਜੇ ਕੰਮ ਕਰਦੀ ਹੈ ਤੇ ਜਾਂ ਕਾਰਪੋਰੇਸ਼ਨਾਂ ਬਣਦੀਆਂ, ਇਹ ਹੁਣ ਦੇਖਣ ਵਾਲੀ ਗੱਲ ਹੋਏਗੀ। ਇਹ ਤਾਂ ਸਮਾਂ ਦੱਸੇਗਾ ਜਦੋਂ ਫੈਸਲੇ ਲੈਣਗੇ, ਕਿਉਂਕਿ ਉਸ ਤੋਂ ਪਹਿਲਾਂ ਉਹਨਾਂ ਦੇ ਸਾਹਮਣੇ ਹੋਰ ਬੜੀਆਂ ਵੱਡੀਆਂ ਚੁਣੌਤੀਆਂ ਜਿਸ ਤਰ੍ਹਾਂ ਆ ਚੰਡੀਗੜ੍ਹ ਵਾਲਾ ਮਾਮਲਾ ਆਇਆ, ਪਹਿਲਾਂ BVMB ਦਾ ਮਾਮਲਾ ਆਇਆ, ਹੋਰ ਮਾਮਲੇ ਹੈਗੇ ਆ। ਸੋ ਇਸ ਕਰਕੇ ਅਜੇ ਚੁਣੌਤੀਆਂ ਬਹੁਤ ਹੈਗੀਆਂ ਵੱਡੀਆਂ। ਇਹਦੇ ਵਿੱਚ ਅਜੇ ਕੁਝ ਨਹੀਂ ਕਿਹਾ ਜਾ ਸਕਦਾ ਕਿ ਇਹ ਜਦੋਂ ਉਹਨਾਂ ਦੀ ਇੱਕ ਐਕਸਾਈਜ਼ ਪਾਲਿਸੀ ਸਾਹਮਣੇ ਆਏਗੀ ਔਰ ਬਕਾਇਦਾ ਮਾਈਨਿੰਗ ਪਾਲਿਸੀ ਸਾਹਮਣੇ ਆਏਗੀ, ਖਾਸ ਕਰਕੇ ਖੇਤੀ ਪਾਲਿਸੀ ਸਾਹਮਣੇ ਆਏਗੀ, ਤਾਂ ਉਸ ਤੋਂ ਇਹ ਗੱਲਾਂ ਸਾਰੀਆਂ ਸਪਸ਼ਟ ਹੋਣਗੀਆਂ ਕਿ ਇਹ ਸਰਕਾਰ ਜੋ ਉਹਨਾਂ ਨੇ ਵਾਅਦੇ ਕੀਤੇ ਆ ਉਹਨਾਂ ਨੂੰ ਕਿਸ ਤਰ੍ਹਾਂ ਪੂਰਾ ਕਰੇਗੀ। ਕਿਉਂਕਿ ਵਾਅਦੇ ਵੀ ਬਹੁਤ ਵੱਡੇ ਆ, ਜਿਸ ਤਰ੍ਹਾਂ ਉਹਨਾਂ ਨੇ
ਹਰ ਬਾਲਗ ਜਿਹੜੀ ਔਰਤ ਹੈ ਉਸ ਨੂੰ 1000 ਰੁਪਏ ਮਹੀਨਾ ਦੇਣ ਦਾ ਵਾਅਦਾ ਕੀਤਾ। ਸੋ ਇਸ ਕਰਕੇ ਇਹ ਸਾਰਾ ਦੇਖਣ ਵਾਲੀ ਗੱਲ ਹੈ ਆਉਣ ਵਾਲੇ ਸਮੇਂ 'ਚ, ਕਿਉਂਕਿ ਅਜੇ ਇਹਦੇ ਬਾਰੇ ਉਹਨਾਂ ਨੇ ਕੋਈ ਸਪਸ਼ਟ ਨੀਤੀ ਜਿਹੜੀ ਹੈ ਸਾਹਮਣੇ ਨਹੀਂ ਆਈ। ਤੇ ਜੇ ਅਸੀਂ ਗੱਲ ਕਰੀਏ ਸਰ, ਜੇ ਹੁਣ ਕੇਂਦਰ ਦੇ ਵਿੱਚ ਜਿਹੜਾ ਆ ਚੰਡੀਗੜ੍ਹ ਦੇ ਵਿੱਚ ਸਰਵਿਸਿਜ਼ ਜਿਹੜੀਆਂ ਨੇ ਕੇਂਦਰ ਨੇ ਜਿਹੜੀਆਂ ਨੇ ਉਹ ਕਰ ਦਿੱਤੀਆਂ, ਇੱਥੋਂ ਤੱਕ ਜਿਹੜਾ ਆ ਪੰਜਾਬੀ ਨੂੰ ਵੀ ਜਿਹੜਾ ਇਹਦਾ ਜਿਹੜੀ ਆ ਬੋਲੀ ਆ ਪੰਜਾਬੀ ਮਾਂ ਬੋਲੀ ਨੂੰ ਵੀ ਖਤਰਾ ਹੋ ਸਕਦਾ ਆ, ਜਾਂ ਹੋਰ ਤਰ੍ਹਾਂ ਦੀਆਂ ਜਿਹੜਾ ਕਿਸ ਤਰ੍ਹਾਂ ਦੇ ਜਿਹੜੀਆਂ ਨੇ ਉੱਥੇ ਪ੍ਰਭਾਵ ਦੇਖਣ ਨੂੰ ਜਿਹੜਾ ਆ ਮਿਲ ਸਕਦੇ ਨੇ? ਨਹੀਂ, ਉਹ ਤਾਂ ਸਾਰੇ ਪ੍ਰਭਾਵ ਨਜ਼ਰ ਆ ਹੀ ਰਹੇ ਆ ਨਾ। ਉਹ ਤਾਂ ਦੇਖੋ, ਪਹਿਲਾਂ ਪੰਜਾਬੀ ਬੋਲੀ ਨੂੰ ਤਾਂ ਪਹਿਲਾਂ ਵੀ ਨਹੀਂ ਇੱਥੇ ਇਸ ਢੰਗ ਨਾਲ ਮਾਨਤਾ ਦਿੱਤੀ ਗਈ ਜਿਸ ਢੰਗ ਨਾਲ ਮਾਨਤਾ ਮਿਲਣੀ ਚਾਹੀਦੀ ਸੀ। ਇਸ ਦੇ ਲਈ ਵੀ ਵੱਖ-ਵੱਖ ਜਿਹੜੇ ਪੰਜਾਬੀ ਹਿਤੈਸ਼ੀ ਨੇ ਉਹ ਲਗਾਤਾਰ ਇਸ ਦੇ ਲਈ ਵੀ ਸੰਘਰਸ਼ ਕਰ ਰਹੇ ਆ, ਚਾਹੇ ਉਹ ਲੇਖਕ ਹੈ, ਚਾਹੇ ਉਹ ਟ੍ਰੇਡ ਯੂਨੀਵਰਸਿਟੀ ਹੈ, ਚਾਹੇ ਬਾਕੀ ਦੇ ਪੰਜਾਬੀ ਜਿਹੜੀਆਂ ਜਥੇਬੰਦੀਆਂ ਹੈਗੀਆਂ, ਉਹ ਇਸ ਗੱਲ ਲਈ ਸੰਘਰਸ਼ ਕਰਦੀਆਂ ਰਹੀਆਂ। ਪੰਜਾਬੀ ਲਾਗੂ ਕਰਨ ਦਾ ਮਾਮਲਾ ਵੀ ਹੈਗਾ ਚੰਡੀਗੜ੍ਹ 'ਚ। ਹੁਣ ਤਾਂ ਉਸ ਤੋਂ ਗਾਂਹ ਗੱਲ ਦੂਸਰੇ ਪਾਸੇ ਨੂੰ ਤੁਰ ਗਈ ਨਾ। ਹੁਣ ਤਾਂ ਉੱਥੇ ਜੋ ਕੁਝ ਪਹਿਲਾਂ ਮਿਲਿਆ ਹੋਇਆ ਤੁਹਾਡੇ ਹੱਕ ਹੈਗੇ ਆ, ਜਿੰਨੀਆਂ ਵਿਵਸਥਾਵਾਂ ਹੈਗੀਆਂ ਬਕਾਇਦਾ ਸੰਵਿਧਾਨ ਦੇ ਵਿੱਚ ਕੀਤੀਆਂ ਗਈਆਂ, ਪੁਨਰਗਠਨ ਐਕਟ ਦੇ ਵਿੱਚ ਕੀਤੀਆਂ ਗਈਆਂ, ਉਹਨਾਂ ਨੂੰ ਵੀ ਖਤਮ ਕੀਤਾ ਜਾ ਰਿਹਾ। ਇਹ ਤਾਂ ਗੱਲ ਜਿਹੜੀ ਹੈ ਉਸ ਤੋਂ ਅਗਲੀ ਹੈ ਨਾ, ਜਿਹੜੀ ਤੁਸੀਂ ਕਰ ਰਹੇ ਆ ਪੰਜਾਬੀ ਭਾਸ਼ਾ ਦੇ ਮਾਮਲੇ ਦੀ ਗੱਲ ਜਿਹੜੀ ਹੈ। ਹਾਂ, ਠੀਕ ਹੈ ਜੀ। ਤੇ ਜੇ ਸਰ ਅਸੀਂ ਇੱਕ ਗੱਲ ਕਰੀਏ ਕਿ ਜਿਹੜਾ ਆ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਜਿਹੜਾ ਆ ਕੀ ਮਤਲਬ ਆਪਣਾ ਜਿਹੜਾ ਆ ਇੱਕ ਜਿਹੜਾ ਮੈਸੇਜ ਹੈ ਦੇਣਾ ਚਾਹੋਗੇ ਪੰਜਾਬ ਦੀ ਆਮ ਜਨਤਾ ਨੂੰ, ਜਾਂ ਜਿਹੜਾ ਆ ਲਗਾਤਾਰ ਪੰਜਾਬ ਤੇ ਜਿਹੜਾ ਆ ਹਮਲੇ ਹੋ ਰਹੇ ਨੇ, ਚਾਹੇ ਉਹ ਸਿੱਖ ਇਤਿਹਾਸ ਦੀ ਗੱਲ ਕਰ ਲਈਏ, ਚਾਹੇ ਉਹ ਰਾਜਧਾਨੀ ਖਤਮ ਕਰਨ ਦੀ ਗੱਲ ਕਰ ਲਈਏ, ਜਾਂ ਕਿਸੇ ਵੀ ਪੱਖ ਤੋਂ ਹੁਣ ਜਿਹੜੀ ਆ ਕਿਸਾਨਾਂ ਦੇ ਵਾਸਤੇ ਜਿਹੜੀ ਆ ਕਣਕ ਦੀ ਜਿਹੜੀਆਂ ਮੰਡੀਆਂ 'ਚੋਂ ਚੱਕਣੀ ਆ, ਇਸ ਤਰ੍ਹਾਂ ਦੇ ਜਿਹੜੇ ਆ ਉਸ ਨੂੰ ਨਜਿੱਠਣ ਲਈ ਤੁਸੀਂ ਕੀ ਜਿਹੜਾ ਆ ਇੱਕ ਜਿਹੜਾ ਸੰਦੇਸ਼ ਇਸ ਪ੍ਰੋਗਰਾਮ ਦੇ ਵਿੱਚੋਂ ਜਿਹੜਾ ਆ ਦੇਣਾ ਚਾਹ ਰਹੇ ਹੋ ਵੀ ਇਸ ਸਥਿਤੀ ਨੂੰ ਜਿਹੜਾ ਆ ਕਿਵੇਂ ਵੇਖਿਆ ਜਾਵੇ? ਕਿਉਂਕਿ ਜਿਹੜੇ ਨੌਜਵਾਨੀਆਂ ਜਲਦੀ ਭੜਕ ਜਾਂਦੀ ਆ ਤੇ ਮਤਲਬ ਜਿਹੜਾ ਆ ਧਰਨਿਆਂ ਦਾ ਰੂਪ ਵੀ ਬਣ ਜਾਂਦੀ ਆ, ਤੇ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਅਸਲ 'ਚ ਤਾਂ ਇਹ ਦੇਖੋ, ਇਹਦੇ 'ਚ ਸਾਰੇ ਪੰਜਾਬੀਆਂ ਦੀ ਏਕਤਾ ਜਿਹੜੀ ਹੈ ਉਹ ਸਭ ਤੋਂ ਵੱਡੀ ਗੱਲ ਹੈ। ਦੂਜਾ, ਜਿਸ ਤਰ੍ਹਾਂ ਕਿਸਾਨ ਅੰਦੋਲਨ ਨੇ ਪੰਜਾਬ ਦੇ ਅੰਦਰ ਜਾਗਰੂਕਤਾ ਪੈਦਾ ਕੀਤੀ ਹੈ ਔਰ ਲੋਕ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋਇਆ, ਅਸੀਂ ਦੇਖਿਆ ਹੈ ਕਿ ਉਸ ਦਾ ਨਤੀਜਾ ਜਿਹੜਾ ਸਾਨੂੰ ਚੋਣਾਂ ਦੌਰਾਨ ਵੀ ਦੇਖਣ ਨੂੰ ਮਿਲਿਆ ਕਿ ਕਿਸ ਤਰ੍ਹਾਂ ਪੰਜਾਬ ਦੇ ਲੋਕਾਂ ਨੇ ਜਿਹੜੀਆਂ ਰਵਾਇਤੀ ਪਾਰਟੀਆਂ ਸੀ, ਜਿਨ੍ਹਾਂ ਤੋਂ ਉਹਨਾਂ ਦਾ ਭਰੋਸਾ ਉੱਠ ਚੁੱਕਾ ਸੀ, ਜਿਨ੍ਹਾਂ ਰਾਜਸੀ ਨੇਤਾਵਾਂ ਤੋਂ ਉਹਨਾਂ ਦਾ ਭਰੋਸਾ ਉੱਠ ਚੁੱਕਾ ਸੀ, ਉਹਨਾਂ ਸਾਰਿਆਂ ਨੂੰ ਉਹਨਾਂ ਨੇ ਰੱਦ ਕਰ ਦਿੱਤਾ। ਤੇ ਇੱਕ ਨਵੀਂ ਜਿਹੜੀ ਹੈਗੀ ਆ ਪਾਰਟੀ ਜਿਹੜੀ 2017 ਵਿੱਚ ਉਹਨੇ ਪਹਿਲੀ ਵਾਰ ਵਿਧਾਨ ਸਭਾ ਦੀਆਂ ਚੋਣਾਂ 'ਚ ਹਿੱਸਾ ਲਿਆ ਸੀ, ਤਾਂ ਉਹ ਸੱਤਾ ਦੇ ਵਿੱਚ ਆਈ ਹੈ। ਠੀਕ ਹੈ ਜੀ, ਠੀਕ ਹੈ ਜੀ। ਤੇ ਇਸ ਕਰਕੇ ਪੰਜਾਬ ਦੇ ਲੋਕਾਂ ਨੂੰ ਇਹੀ ਅਪੀਲ ਹੈ ਕਿ ਉਹ ਆਪਣੇ ਜਿਹੜੇ ਪੰਜਾਬ ਦੇ ਹਿੱਤ ਹੈ ਉਹਨਾਂ ਲਈ ਜਾਗਰੂਕ ਜਿਸ ਤਰ੍ਹਾਂ ਹੈਗੇ ਆ, ਉਹ ਇਕਮੁੱਠ ਹੋ ਕੇ ਔਰ ਰਾਜਸੀ ਪਾਰਟੀਆਂ ਨੂੰ ਇਸ ਗੱਲ ਲਈ ਮਜਬੂਰ ਕਰਨ ਕਿ ਜਿਸ ਤਰ੍ਹਾਂ ਮੈਂ ਪਹਿਲਾਂ ਗੱਲ ਕਹੀ ਹੈ ਕਿ ਸਾਰੀਆਂ ਪਾਰਟੀਆਂ ਇੱਕ ਸਾਂਝਾ ਏਜੰਡਾ ਜਿਹੜਾ ਪੰਜਾਬ ਦਾ ਬਣਾ ਕੇ ਉਹਦੇ ਤੇ ਜਿਹੜੀ ਗੱਲ ਕਰਨ ਕੇਂਦਰ ਨਾਲ, ਤਾਂ ਹੀ ਇਸ ਮਾਮਲੇ ਨੂੰ ਨਜਿੱਠੇ ਜਾ ਸਕਦੇ। ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ ਸਰ ਤੁਹਾਡਾ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜਿਹੜਾ ਆ ਆਪਣੇ ਵਿਚਾਰ ਸਾਂਝੇ ਕਰਨ ਦੇ ਲਈ। ਤੇ ਘੜੀ ਸਾਨੂੰ ਲਗਾਤਾਰ ਇਸ਼ਾਰੇ ਕਰ ਰਹੀ ਹੈ ਕਿ ਸਾਡੇ ਸ਼ੋਅ ਦਾ ਜਿਹੜਾ ਸਮਾਂ ਸਮਾਪਤ ਹੋ ਰਿਹਾ ਹੈ, ਤੇ ਮੈਂ ਜੰਡੂ ਸਾਹਿਬ ਦਾ ਦਿਲੋਂ ਧੰਨਵਾਦ ਕਰਦਾ ਜਿਹੜੇ ਇਸ ਪ੍ਰੋਗਰਾਮ ਦੇ ਵਿੱਚ ਸ਼ਮੂਲੀਅਤ ਕੀਤੀ ਹੈ। ਤੇ ਹੁਣ ਨਵਾਂ ਪ੍ਰੋਗਰਾਮ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ, ਤੇ ਮੈਂ ਇਜਾਜ਼ਤ ਮੰਗਦਾ, ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ।